ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਪ੍ਰਹਲਾਦ ਕਵਾਦ, ਤਲੋਚਨ ਨਾਰਦ। ਧਰੂ ਸਨਕਾਦ ਜਦੇਵ ਸਦਨਾ। ਅੰਬਰੀਕ ਕਬੀਰ ਪਰੂਰਵ ਅੰਗਰਾ। ਨਾਮੇ ਬਭੀਖਣ ਕੁੰਭਜ ਮੰਨਾ। ਰਵਿਦਾਸ ਅਜਾਮਲ ਉਦਵ ਕਰੂਰ। ਹਨੂਮਤ ਭੀਲਣੀ ਭੀ ਧਨ ਧੰਨਾ। ਜੁਗ ਚਾਰ ਵਿਖੇ ਜਨ ਕੋ ਜਨਮੇ। ਜਿਨਹੂ ਕਿਨ ਨਾਮ ਹੂੰ ਤੇ ਭ੍ਰਮ ਭੰਨਾ। ਪ੍ਰਹਲਾਦ ਕਵਾਦ ਤਲੋਚਨ ਨਾਰਦ। ਧਰੂ ਸਨਕਾਦ ਜਦੇਵ ਸਦਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਵਛਲ, ਦੀਨਾਨਾਥ ਦੀਨਾ ਬੰਧੂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਜੁਗ ਜੁਗ ਅਟਲ ਬਾਣੀ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ, ਗੁਰੂ ਖਾਲਸਾ, ਗੁਰੂ ਪਿਆਰੀ ਸਾਧ ਸੰਗਤ ਜੀਓ।
ਆਪ ਜੀ ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੁੰਦਰ ਦਰਬਾਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਇਸ ਜਨਮ ਨੂੰ, ਇਸ ਸਰੀਰ ਨੂੰ ਸਫਲਾ ਕਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਤੋਂ ਹੀ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ। ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਹੁਣ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਐਸੇ ਸਤਿਗੁਰਾਂ ਦੀ ਜਿਹੜੀ ਆਪਾਂ ਕਥਾ ਆਰੰਭ ਕੀਤੀ ਹੈ, ਉਸ ਕਥਾ ਨੂੰ ਸਰਵਣ ਕਰਨ ਵਾਸਤੇ ਆਪ ਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਨਾਮ ਦਾ ਮਹਾਤਮ, ਗੁਰਮੰਤਰ ਦੀ ਮਹਿਮਾ ਜਣਾਉਂਦੇ ਹੋਏ ਕਿ ਨਾਮ ਪਰਮੇਸ਼ਰ ਦਾ ਕਿਤਨਾ ਉੱਤਮ ਹੈ, ਕਿੰਨਾ ਸ੍ਰੇਸ਼ਟ ਹੈ। ਜਿਹੜੇ ਭਗਤਾਂ ਨੇ, ਉਹ ਸ੍ਰੇਸ਼ਟ ਜਨਾਂ ਨੇ ਸਮੇਂ ਸਮੇਂ ਨਾਲ ਇਸ ਨਾਮ ਦੀ ਕਮਾਈ ਕੀਤੀ। ਉਸ ਕਮਾਈ ਦਾ ਸਦਕਾ ਉਹਨਾਂ ਭਗਤਾਂ ਦੀ ਪ੍ਰਸਿੱਧੀ ਹੋਈ, ਨਾਮ ਹੋਏ। ਤੇ ਅੱਜ ਚੌਥਾ ਯੁੱਗ ਚੱਲ ਰਿਹਾ ਹੈ ਕਲਯੁੱਗ ਦਾ, ਤੇ ਉਹਨਾਂ ਦੀ ਸਤਿਯੁੱਗ, ਤ੍ਰੇਤੇ, ਦੁਆਪਰ ਤੇ ਕਲਯੁੱਗ ਵਿੱਚ ਕੀਤੀ ਹੋਈ ਕਮਾਈ ਦਾ ਅੱਜ ਵੀ ਗੁਰੂ ਪਿਆਰੇ, ਗੁਰੂ ਦੇ ਭਗਤ ਸੰਤ ਉਹਨਾਂ ਦਾ ਗਾਇਨ ਕਰਦੇ ਹੈ। ਇਹ ਸਾਰੀ ਜਿਹੜੀ ਨਾਮ ਦੀ ਹੀ ਮਹਿਮਾ ਹੈ, ਨਾਮ ਦੇ ਕਰਕੇ ਹੀ ਪ੍ਰਸਿੱਧੀ ਹੈ। ਭਗਤ ਪ੍ਰਹਿਲਾਦ, ਭਗਤ ਵਾਲਮੀਕ ਜੀ, ਤਿਰਲੋਚਨ, ਭਗਤ ਨਾਰਦ ਜੀ, ਭਗਤ ਧਰੂ ਜੀ, ਭਗਤ ਅੰਬਰੀਕ, ਭਗਤ ਕਬੀਰ, ਭਗਤ ਪੂਰਵ, ਭਗਤ ਅੰਗਰਾ ਜੀ, ਭਗਤ ਨਾਮਦੇਵ, ਭਗਤ ਅਗਸਤ ਤੇ ਭਗਤ ਵਿਭੀਖਣ, ਰਵਿਦਾਸ ਆਦਿਕ, ਇਹਨਾਂ ਸਾਰਿਆਂ ਭਗਤਾਂ ਦੇ ਨਾਮ ਆਏ ਹੈ। ਇੱਥੋਂ ਤੱਕ ਆਪਾਂ ਜਿਹੜੀ ਵਿਚਾਰ ਸੂਖਮ ਰੂਪ ਵਿੱਚ ਕਰ ਲਈ ਹੈ। ਅੱਗੇ ਜਿਵੇਂ 2-4 ਭਗਤਾਂ ਦੇ ਨਾਮਾਂ ਦੀ ਕਥਾ ਜਿਹੜੀ ਰਹਿੰਦੀ ਹੈ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਵਿਦਾਸ ਅਜਾਮਲ ਉਦਵ ਕਰੂਰ। ਇਸ ਤਰ੍ਹਾਂ ਭਗਤ ਰਵਿਦਾਸ ਜੀ ਦੀ ਪ੍ਰਸਿੱਧੀ ਹੋਈ ਨਾਮ ਕਰਕੇ। ਇਹਨਾਂ ਭਗਤਾਂ ਨੇ ਆਪਣੇ ਅੰਦਰੋਂ ਜਿਹੜਾ ਭੇਦ ਗਿਆਨ ਨਾਸ਼ ਕਰਕੇ ਤੇ ਅਭੇਦਤਾ ਕੀਤੀ ਉਸ ਪਰਮੇਸ਼ਰ ਨਾਲ। ਅੱਗੇ ਅਜਾਮਲ, ਜਿਸ ਨੇ ਨਾਮ ਨੂੰ ਉੱਤਮ ਜਾਣਿਆ ਹੈ, ਨਾਮ ਦੀ ਵਡਿਆਈ ਜਾਣੀ ਹੈ। ਅਜਾਮਲ ਉਧਰਿਆ ਕਹਿ ਇੱਕ ਬਾਰ। ਜੋ ਭਗਤ ਅਜਾਮਲ ਜੀ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਇੱਕ ਵਾਰ ਹੀ ਸਿਮਰਨ ਕੀਤਾ ਤੇ ਉਹਦਾ ਪਾਰ ਉਤਾਰਾ ਹੋ ਗਿਆ ਸੀ। ਇਹ ਅਜਾਮਲ ਬ੍ਰਾਹਮਣ ਜਾਤੀ ਵਿੱਚੋਂ ਸੀ। ਇਸ ਦੇ ਜਿਹੜੇ ਪਿਤਾ ਉਹ ਪੰਡਿਤ ਰਾਜ ਸੀ, ਭਾਵ ਰਾਜਿਆਂ ਕੋਲ ਵਿਦਵਾਨ ਸਨ, ਪੰਡਿਤ ਸਨ। ਇਹਨਾਂ ਦੇ ਪਿਤਾ ਨੂੰ ਇੱਛਾ ਸੀ ਵੀ ਸਾਡਾ ਪੁੱਤਰ ਅਜਾਮਲ ਵੀ ਚੰਗਾ ਬ੍ਰਹਮ ਵਿਦਿਆ ਪੜ੍ਹ ਜਾਵੇ। ਗੁਰੂ ਵਿਦਿਆ ਪਾਸ ਪੜ੍ਹਨ ਲਈ ਅਜਾਮਲ ਨੂੰ ਭੇਜਿਆ ਤੇ ਅਜਾਮਲ ਵਿਦਿਆ ਗੁਰੂ ਕੋ ਜਿਸ ਦਿਨ ਗਿਆ, ਉਸ ਦੇ ਗੁਰੂ ਨੇ ਉਸ ਦਿਨ ਹੀ ਸਿੱਖਿਆ ਦਿੱਤੀ ਕਿ ਦੇਖ ਅਜਾਮਲ,
ਜਿਹੜਾ ਤੁਹਾਡਾ ਘਰ ਹੈ ਉਹ ਪਹਾੜ ਦੀ ਦਿਸ਼ਾ ਵੱਲ, ਭਾਵ ਪੂਰਬ ਵੱਲ ਹੈ, ਤੇ ਤੁਸੀਂ ਇਹ ਜਿਹੜਾ ਸਾਡਾ ਡੇਰਾ ਇਹ ਦੱਖਣ ਦਿਸ਼ਾ ਵੱਲ ਹੈ। ਇਵੇਂ ਸ਼ਹਿਰ ਦੇ ਵਿੱਚ ਦੀ ਚੱਲ ਕੇ ਨਹੀਂ ਆਉਣਾ ਹੈ, ਆਪਣੇ ਘਰ ਤੋਂ ਸ਼ਹਿਰ ਤੋਂ ਬਾਹਰ ਚੱਲ ਕੇ ਆਉਣਾ ਹੈ। ਕਦੇ ਵੀ ਹੁਕਮ ਦੀ ਉਲੰਘਣਾ ਕਰਕੇ ਸ਼ਹਿਰ ਵਿੱਚ ਪ੍ਰਵੇਸ਼ ਨਹੀਂ ਕਰਨਾ। ਅਜਾਮਲ ਉਸੇ ਤਰ੍ਹਾਂ ਹੀ ਕੀਤਾ। ਲੰਬਾ ਸਮਾਂ 2.5-3 ਮੀਲ ਜਿਹੜਾ ਹੈ ਵੱਧ ਪੈਂਡਾ ਕਰਕੇ ਤੇ ਆਪਣੇ ਗੁਰੂ ਕੋ ਪੜ੍ਹਨ ਜਾਇਆ ਕਰਨਾ। ਇਸ ਤਰ੍ਹਾਂ ਬੜੇ ਵੇਦ ਸ਼ਾਸਤਰਾਂ ਦਾ ਅਧਿਐਨ ਕਰ ਲਿਆ, ਚੰਗੀ ਵਿੱਦਿਆ ਪੜ੍ਹ ਲਈ। ਇੱਕ ਦਿਨ ਮਨ 'ਚ ਆਈ ਵੀ ਮੇਰੇ ਗੁਰੂ ਨੇ ਮੈਨੂੰ ਸ਼ਹਿਰ ਵਿੱਚ ਲੰਘਣ ਦੀ ਕਿਉਂ ਮਨਾ ਕੀਤਾ ਹੈ, ਕਿਉਂ ਨਾ ਮੈਂ ਸ਼ਹਿਰ ਵਿੱਚ ਦੀ ਜਾਵਾਂ। ਤੇ ਉਹ ਸ਼ਹਿਰ ਦੀਆਂ ਗਲੀਆਂ ਵਿੱਚ ਦੀ ਅਜਾਮਲ ਹੋ ਗਿਆ। ਜਦੋਂ ਅਜਾਮਲ ਸ਼ਹਿਰ ਦੀ ਗਲੀ ਵਿੱਚੋਂ ਲੰਘਿਆ, ਉੱਥੇ ਵੇਸਵਾ ਦੇ ਦੁਆਰੇ ਸਨ। ਉਹ ਬਜ਼ਾਰੂ ਔਰਤਾਂ ਦੇ ਦੁਆਰਿਆਂ ਦੀ ਲੰਘਣ ਲੱਗਾ। ਅਜਾਮਲ 'ਤੇ ਵੀ ਜਵਾਨੀ ਸੀ। ਉਹ ਵੇਸਵਾ ਦੇ ਤਿਰਛੇ ਨੈਣਾਂ ਨਾਲ ਵੇਖਣ ਕਰਕੇ ਅਜਾਮਲ ਜਿਹੜਾ ਮੋਹਿਆ ਗਿਆ। ਅਜਾਮਲ ਵੇਸਵਾ ਦੇ ਬਿਲਾਸ ਆਨੰਦ ਵਿੱਚ ਲੱਗ ਗਿਆ ਤੇ ਗੁਰੂ ਕੁਲ 'ਚ ਜਾਣਾ ਛੱਡ ਦਿੱਤਾ। ਇਹ ਜਿਸ ਰਾਜੇ ਦੇ ਦਰਬਾਰ ਵਿੱਚ ਵੀ ਇਹ ਕਥਾ ਕਰਿਆ ਕਰਦਾ ਸੀ ਅਜਾਮਲ, ਉਹ ਰਾਜੇ ਨੂੰ ਪਤਾ ਲੱਗਾ ਵੀ ਇਹ ਤਾਂ ਵੇਸਵਾਗਾਮੀ ਹੋ ਗਿਆ ਹੈ। ਉਹ ਅਜਾਮਲ ਨੇ ਸਾਧ ਸੰਗਤ ਜੀ ਇਹਨੂੰ ਸ਼ਹਿਰ ਦੇ ਵਿੱਚੋਂ ਕੱਢ ਦਿੱਤਾ। ਅਜਾਮਲ ਨੂੰ ਰੋਕਿਆ ਵੀ, ਪਰ ਅਜਾਮਲ ਦਾ ਮੋਹ ਨਾ ਘਟਿਆ। ਅਖੀਰੀ ਉਸ ਵੇਸ਼ਵਾ ਨੂੰ ਤੇ ਅਜਾਮਲ ਨੂੰ ਕੱਢ ਦਿੱਤਾ ਸ਼ਹਿਰ ਵਿੱਚੋਂ। ਇਹ ਹੁਣ ਜੰਗਲ ਵਿੱਚ ਰਹਿੰਦਾ ਸੀ ਤੇ ਉਹ ਜੰਗਲ ਵਿੱਚ ਰਹਿ ਕਰਕੇ ਜਦੋਂ ਵੇਸਵਾ ਨਾਲ ਸ਼ਾਦੀ ਕੀਤੀ, ਹੌਲੀ ਹੌਲੀ 6 ਪੁੱਤਰ ਹੋਏ। ਉੱਥੇ ਜੰਗਲ ਵਿੱਚ ਹੀ ਪੰਛੀ ਮਾਰ ਕੇ ਆਪਣੇ ਬੱਚਿਆਂ ਦਾ ਪੇਟ ਤੇ ਆਪਣਾ ਤੇ ਘਰ ਵਾਲੀ ਦਾ ਭਰਿਆ ਕਰੇ। ਇਵੇਂ ਸਮਾਂ ਲੰਘਦਾ ਗਿਆ। ਇੱਕ ਦਿਨ ਸਿਆਲ ਦੀ ਝੜੀ ਲੱਗੀ ਹੋਈ ਸੀ, ਠੰਡ ਦੇ ਦਿਨ, ਤੇ ਸਾਧੂ ਜਿਹੜੇ ਹੈ ਅਜਾਮਲ ਦੀ ਕੁਟੀਆ ਦੇ ਪਾਸ ਆ ਗਏ। ਇਹਦੀ ਲੰਘ ਰਹੇ ਸੀ। ਕੁਟੀਆ ਵੇਖ ਕੇ ਉਹ ਕੁਟੀਆ ਵੱਲ ਆ ਗਏ। ਅਜਾਮਲ ਘਰ ਵਿੱਚ ਹੈ ਕੋਈ ਨਹੀਂ ਸੀ। ਜਿਹੜੀ ਘਰ ਵਾਲੀ ਦੀ ਵੇਸਵਾ, ਉਹਨੇ ਸਾਧੂਆਂ ਦਾ ਦਰਸ਼ਨ ਕੀਤਾ, ਮਨ 'ਚ ਸ਼ਾਂਤੀ ਆ ਗਈ ਉਸੇ ਵੇਲੇ। ਉਹਨਾਂ ਸੰਤਾਂ ਨੂੰ ਘਰ ਆਇਆ ਜਾਣ ਕੇ ਉਹਨਾਂ ਦੀ ਸੇਵਾ ਕੀਤੀ, ਗਰਮ ਜਲ ਨਾਲ ਚਰਨ ਧੋਤੇ ਤੇ ਬੜੀ ਸੇਵਾ ਕੀਤੀ, ਆਓ ਭਗਤ ਕੀਤੀ। ਇਹਨਾਂ ਨੂੰ ਜਿਹੜਾ ਅਜਾਮਲ ਪੰਛੀ ਮਾਰਨ ਗਿਆ ਸੀ ਉਹ ਵੀ ਵਾਪਸ ਆ ਗਿਆ। ਇਹ ਵੇਸਵਾ ਨੂੰ ਜਿਹਨੂੰ ਸ਼ਾਂਤੀ ਆਈ ਹੋਈ ਸੀ, ਕਹਿਣ ਲੱਗੀ ਅਜਾਮਲ ਨੂੰ ਕਿ ਪਤੀ, ਅੱਜ ਆਪਾਂ ਨੇ ਮਾਸ ਨਹੀਂ ਬਣਾਉਣਾ ਹੈ, ਸਾਧੂ ਆਪਣੇ ਘਰ ਵਿੱਚ ਆਏ ਹੈ, ਇਹ ਤੂੰ ਮਾਸ ਜਿਹੜੇ ਪੰਛੀ ਮਾਰ ਕੇ ਲੈ ਕਿਸੇ ਹੋਰ ਨੂੰ ਦੇ ਦੇ। ਅਜਾਮਲ ਨੇ ਉਸੇ ਤਰ੍ਹਾਂ ਕੀਤਾ। ਸਾਧੂਆਂ ਦੇ ਆ ਕੇ ਬਾਅਦ ਵਿੱਚ ਦਰਸ਼ਨ ਕੀਤੇ ਤੇ ਉਹਨਾਂ ਦੇ ਚਰਨੀ ਆ ਕੇ ਢਹਿ ਪਿਆ। ਰੋ ਕੇ ਆਪਣੇ ਗੁਨਾਹ ਦੱਸਣ ਲੱਗਾ। ਇਵੇਂ ਰਾਤ ਬੀਤੀ, ਦਿਨ ਚੜ੍ਹਿਆ। ਆਪਣੀ ਸਾਰੀ ਵਿੱਦਿਆ ਆਪਣਾ ਅਜਾਮਲ ਨੇ ਆਪਣਾ ਪਰਿਚੈ ਦਿੱਤਾ, ਆਪਣੀ ਵਿਥਿਆ ਸੁਣਾਈ ਕਿ ਇਹ ਸਾਧੂ ਸੰਤੋ ਮਹਾਂਪੁਰਸ਼ੋ, ਇੱਕ ਦਿਨ ਮੈਂ ਵੀ ਬੜਾ ਵੇਦ ਪਾਠੀ ਸਾਂ। ਆ ਜਿਹੜੀ ਸਾਹਮਣੇ ਬੈਠੀ ਹੈ ਭਾ ਮੇਰੀ ਘਰ ਵਾਲੀ, ਇਹਦੀ ਵਜ੍ਹਾ ਨਾਲ ਮੈਂ ਧਰਕਾਰਿਆ ਗਿਆ ਤੇ ਰਾਜੇ ਨੇ ਵੀ ਮੈਨੂੰ ਘਰ ਵਿੱਚੋਂ ਸ਼ਹਿਰ 'ਚੋਂ ਕੱਢ ਦਿੱਤਾ। ਦੱਸੋ ਹੁਣ ਮੇਰਾ ਕਿਵੇਂ ਪਾਰ ਉਤਾਰਾ ਹੋਵੇ? ਮੈਂ ਤੇ ਪਾਪ ਬਹੁਤ ਕਰ ਬੈਠਾ ਹਾਂ, ਹੁਣ ਵੀ ਪੰਛੀ ਮਾਰ ਕੇ ਪੇਟ ਭਰਦਾ ਹਾਂ। ਉਹ ਸੰਤ ਸੁਣ ਕੇ ਦੀ ਵਿਥਿਆ ਵੀ ਆਦੇ ਅਜਾਮਲ ਇਹਦੇ ਐਸੀ ਕੁਦਰਤ ਵਰਤੀ ਹੈ ਕਿ ਤੂੰ ਇੰਨਾ ਵੇਦ ਪਾਠੀ ਹੋ ਕੇ ਤੇ ਤੂੰ ਹੀ ਜਿਹੜਾ ਹੈ ਡੋਲ ਗਿਆ ਹੈ। ਚੱਲ ਕੋਈ ਨਹੀਂ, ਤੂੰ ਸੇਵਾ ਭਗਤੀ ਕੀਤੀ ਹੈ ਸਾਡੀ, ਤੈਨੂੰ ਇੱਕ ਬਚਨ ਕਹਿੰਦੇ ਆ ਕਿ ਜਿਹੜਾ ਤੇਰੇ ਘਰ ਹੁਣ ਪੁੱਤਰ ਹੋਵੇਗਾ ਉਹਦਾ ਨਾਮ ਤੂੰ ਨਾਰਾਇਣ ਰੱਖੀ। ਇਵੇਂ ਬਚਨ ਕਹਿ ਕੇ ਉਹ ਸੰਤ ਆਸ਼ੀਰਵਾਦ ਦੇ ਕੇ ਚਲੇ ਗਏ। ਥੋੜ੍ਹੇ ਸਮੇਂ ਬਾਅਦ ਅਜਾਮਲ ਦੇ
ਘਰ ਇੱਕ ਪੁੱਤਰ ਹੋਇਆ, ਜਿਹਦਾ ਨਾਮ ਸੰਤਾਂ ਦੇ ਕਹਿਣ ਕਰਕੇ ਨਾਰਾਇਣ ਰੱਖਿਆ। ਤੇ ਨਾਰਾਇਣ ਦੇ ਵਿੱਚ ਇਹ ਦੋਵੇਂ ਘਰਵਾਲੀ ਤੇ ਅਜਾਮਲ ਰੁੱਝੇ ਰਹਿੰਦੇ, ਪਰਚੇ ਰਹਿੰਦੇ, ਕਿਉਂਕਿ ਛਾਂ ਤੋਂ ਛੋਟਾ ਸੀ, ਇਹਦੇ ਨਾਲ ਬਹੁਤਾ ਪ੍ਰੇਮ ਪੈ ਗਿਆ। ਹਰ ਵਕਤ ਜ਼ੁਬਾਨ 'ਤੇ ਨਾਰਾਇਣ ਨਾਰਾਇਣ ਪੁੱਤਰ ਐਵੇਂ ਕਹਿੰਦੇ ਰਹਿੰਦੇ। ਇੱਕ ਦਿਨ ਉਹ ਸਮਾਂ ਪੂਰਾ ਹੋ ਗਿਆ, ਅਜਾਮਲ ਦੀ ਮੌਤ ਦੇ ਦਿਨ ਆ ਗਏ। ਜਿਹੜੇ ਜਮਦੂਤ ਹੈ ਅਜਾਮਲ ਦੀ ਜਿੰਦ ਕੱਢਣ ਵਾਸਤੇ ਆ ਪਹੁੰਚੇ। ਜਦੋਂ ਇਹਦੀ ਜਿੰਦ ਕੱਢਣ ਲੱਗੇ ਆ, ਕਿਉਂਕਿ ਖੂਲੀ ਗੰਢ ਲਿਖਿਆ ਆਇਆ, ਗੁਰਬਾਣੀ 'ਚ ਬਚਨ ਆਉਂਦੇ ਆ, ਦੋ ਪ੍ਰਾਣ ਹੈ, ਜਿਹੜੀਆਂ ਹਵਾ ਹੈ, ਉਹ ਧੁੰਨੀ ਜਦੋਂ ਇੱਥੋਂ ਗੰਢ ਖੋਲ੍ਹਦੀ ਹੈ ਤੇ ਬੰਦੇ ਦੀ ਮੌਤ ਹੁੰਦੀ ਹੈ। ਉਹ ਜਦੋਂ ਇਹ ਜਮਦੂਤ ਇਹਦੀ ਜਾਨ ਕੱਢਣ ਲੱਗੇ ਤੇ ਜਾਮਲ ਨੇ ਉਸ ਵਕਤ, ਹੇ ਨਾਰਾਇਣ ਪੁੱਤਰ, ਆ ਮੈਨੂੰ ਬਚਾ, ਮੇਰੀ ਰੱਖਿਆ ਕਰ। ਪੁੱਤਰ ਕਹਿੰਦਿਆਂ ਕਹਿੰਦੇ ਜਦੋਂ ਉਹ ਸੋਝੀ ਵਿੱਚ ਆ ਕੇ ਕਿਹਾ, ਹੇ ਨਾਰਾਇਣ ਮੈਨੂੰ ਰੱਖ ਲੈ। ਉਹ ਨਾਰਾਇਣ ਕਹਿਣ ਦੇ ਕਰਕੇ ਜਿਹੜੇ ਹੈ ਜਮਦੂਤ ਉੱਥੇ ਠੰਬ ਗਏ ਕਿ ਜਿਹੜਾ ਬੰਦਾ ਨਾਰਾਇਣ ਜਪਦਾ ਹੈ ਉਹਨੂੰ ਤੇ ਅਸੀਂ ਮਾਰ ਨਹੀਂ ਸਕਦੇ। ਜਮਦੂਤ ਪਿੱਛੇ ਹੋ ਗਏ ਤੇ ਰਾਮ ਗਣ ਆ ਗਏ ਉੱਥੇ। ਉਹ ਕਹਿੰਦੇ ਵੀ ਤੁਸੀਂ ਕਿੱਧਰ ਨਿਕਲੋ ਇੱਥੋਂ। ਜਮਦੂਤਾਂ ਨੂੰ ਪਿੱਛੇ ਕਰ ਦਿੱਤਾ ਤੇ ਨਾਰਾਇਣ ਦੀ ਨਾਮ ਲੈਣ ਕਰਕੇ ਜਾਮਲ ਦੀ ਮੌਤ ਤੇ ਹੋ ਗਈ, ਪਰ ਜਿਹੜੀ ਉਹਦੀ ਦਿਵਯ ਜੋਤ ਸੀ, ਜਿਹੜੀ ਉਹਦੀ ਆਤਮਾ ਸੀ, ਜੀਵ ਆਤਮਾ, ਉਹਨੂੰ ਰਾਮ ਗਣ ਲੈ ਕੇ ਗਏ। ਗੁਰਬਾਣੀ 'ਚ ਬਚਨ ਹੈ, ਅਜਾਮਲ ਉਦਰਿਆ ਕਹਿ ਇੱਕ ਵਾਰ, ਇੱਕੇ ਵਾਰ ਹੀ ਸੋਝੀ ਵਿੱਚ ਆ ਕੇ ਕਿਹਾ ਕਿ ਇਹ ਨਾਰਾਇਣ ਮੈਨੂੰ ਰੱਖ ਲੈ। ਤੇ ਉਹ ਪਰਮੇਸ਼ਰ ਨੇ ਰੱਖਿਆ। ਅਜਾਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ। ਮਹਾਰਾਜ ਦੇ ਬਚਨ ਹੈ ਕਿ ਅਜਾਮਲ ਨੂੰ ਅੰਤ ਸਮੇਂ ਵਿੱਚ ਉਸ ਨਾਰਾਇਣ ਦੀ ਸੁੱਧ ਖਬਰ ਆਈ। ਪਹਿਲਾਂ ਤੇ ਨਾਰਾਇਣ ਪੁੱਤਰ ਹੀ ਕਹਿੰਦੇ ਰਹਿੰਦੇ ਸੀ, ਅਖੀਰੀ ਪਤਾ ਉਹ ਸੁੱਧ ਆਈ ਵੀ ਨਾਰਾਇਣ ਤੇ ਹੈ ਪਰਮੇਸ਼ਰ, ਹੇ ਨਾਰਾਇਣ ਮੈਨੂੰ ਰੱਖ। ਉਹ ਨਾਰਾਇਣ ਮਾਲਕ ਨੇ ਰੱਖਿਆ। ਤੇ ਜਾਗਤ ਕੋ ਜੋ ਗੀਸਰ ਬਾਛਤ ਸੋ ਗਤ ਛਿਨ ਮਹਿ ਪਾਈ। ਵੱਡੇ ਵੱਡੇ ਜੋਗੀਆਂ ਦੇ ਈਸ਼ਰ ਜਿਸ ਮੁਕਤੀ ਨੂੰ ਚਾਹੁੰਦੇ ਆ, ਉਸ ਮੁਕਤੀ ਨੂੰ ਅਜਾਮਲ ਨੇ ਛਿਨ ਮਾਤਰ ਜੀ ਪਾ ਲਿਆ, ਇੱਕੇ ਵਾਰ ਕਹਿਣ ਕਰਕੇ। ਇਸ ਤਰ੍ਹਾਂ ਉਹ ਅਜਾਮਲ ਨੇ ਨਾਮ ਦੀ ਭਾਈ ਵਡਿਆਈ ਜਾਣੀ ਹੈ, ਨਾਮ ਦੇ ਨਾਲ ਹੀ ਆਪਣਾ ਭਰਮ ਭੰਨਿਆ ਹੈ, ਭੇਦ ਪੁਣੇ ਦਾ। ਫਿਰ ਉਦਵ ਭਗਤ ਹੋਏ ਹੈ ਸ੍ਰੀ ਕ੍ਰਿਸ਼ਨ ਭਗਵਾਨ ਦੇ ਚਾਚਾ ਜੀ ਯਾਦਵ ਕੁਲ 'ਚ, ਜਿਹੜੇ ਸਦਾ ਹੀ ਸ੍ਰੀ ਕ੍ਰਿਸ਼ਨ ਭਗਵਾਨ ਦੇ ਰਹਿੰਦਿਆਂ ਸਾਰਥੀ ਬਣ ਕੇ ਰਹੇ, ਭਾਵ ਰਥ ਚਲਾਉਂਦੇ ਸੀ ਕ੍ਰਿਸ਼ਨ ਭਗਵਾਨ ਦਾ, ਤੇ ਕਦੀ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਸੀ ਮੰਗਿਆ। ਤੇ ਕ੍ਰਿਸ਼ਨ ਭਗਵਾਨ ਜਦੋਂ ਦਵਾਰਕਾ ਨਗਰੀ ਤੋਂ ਕੋਈ ਵੀ ਸੁਨੇਹਾ ਭੇਜਦੇ ਸੀ ਮਥੁਰਾ ਵਿੱਚ ਗੋਪੀਆਂ ਵਾਸਤੇ, ਤੇ ਇਹ ਉਦਵ ਦੇ ਹੱਥ ਹੀ ਭੇਜਦੇ ਸੀ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਉਹ ਸਾਰੀ ਕਥਾ ਆਉਂਦੀ ਹੈ। ਤੇ ਉਦਵ ਜੋ ਕ੍ਰਿਸ਼ਨ ਭਗਵਾਨ ਦੇ ਚਾਚਾ ਜੀ ਸੀ, ਇਹ ਸੁਨੇਹਾ ਲੈ ਕੇ ਗੋਪੀਆਂ ਪਾਸ ਆਏ ਸੀ ਤੇ ਉਹ ਸਿੱਖਿਆ ਦਿੱਤੀ ਸੀ। ਗੋਪੀਆਂ ਕਹਿੰਦੀਆਂ ਸੀ ਵੀ ਹੁਣ ਤੇ ਕਾਨਾ ਕਨ੍ਹਈਆ ਕ੍ਰਿਸ਼ਨ ਤੇ ਸਾਨੂੰ ਮਿਲਣੋਂ ਵੀ ਗਿਆ ਹੈ। ਤੇ ਉਦਵ ਦੱਸਿਆ ਹੈ ਕਿ ਕ੍ਰਿਸ਼ਨ ਭਗਵਾਨ ਨੇ ਸੁਨੇਹਾ ਭੇਜਿਆ ਕਿ ਹੇ ਗੋਪੀਓ, ਹੁਣ ਉਹ ਜਿਹੜੀ ਰਾਸ ਲੀਲਾ ਹੈ ਉਹਨੂੰ ਤਿਆਗ ਦਿਓ। ਹੁਣ ਤੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਪਰਮ ਓਅੰਕਾਰ ਮਾਲਕ, ਉਹਦਾ ਨਾਮ ਜਪੋ, ਸਿਮਰਨ ਕਰੋ। ਹੁਣ ਉਹਦੇ ਵਿੱਚ ਆ ਭੇਦ ਹੋਣ ਨੂੰ, ਬਾਕੀ ਜਿਹੜੀਆਂ ਸਾਰੀਆਂ ਲੀਲਾ ਹੈ ਉਹਨਾਂ ਨੂੰ ਭੁਲਾ ਦਿਓ, ਉਹ ਸਾਡਾ ਸਰੂਪ ਨਹੀਂ ਸੀ। ਇਹ ਸੁਣਾ ਦਿੱਤੇ ਸੀ ਗੋਪੀਆਂ ਨੂੰ, ਤੇ ਉਹ ਉਦ ਵੀ ਦਿੰਦਾ ਹੁੰਦਾ ਸੀ। ਇਵੇਂ ਉਦਵ ਭਗਤ ਜੀ ਦੇ ਨਾਂ 'ਤੇ ਸਾਧ ਸੰਗਤ ਜੀ ਇੱਕ ਉਦਵ ਗੀਤਾ ਲਿਖੀ ਗਈ ਹੈ। ਉਹ ਕ੍ਰਿਸ਼ਨ ਭਗਵਾਨ ਦਾ ਤੇ ਉਦਵ ਭਗਤ ਜੀ ਦਾ ਸੰਵਾਦ ਹੈ, ਆਪੋ ਵਿੱਚ ਵਿਚਾਰ ਹੈ।
ਜਦੋਂ ਗੋਲੋਕ ਭਾਵ ਕ੍ਰਿਸ਼ਨ ਭਗਵਾਨ ਆਪਣਾ ਸਰੀਰ ਛੱਡਣ ਲੱਗੇ ਹੈ ਤੇ ਕਿਹਾ ਸੀ ਕਿ ਐ ਮੇਰੇ ਭਗਤ ਊਧਵ, ਮੇਰੇ ਚਾਚਾ ਜੀ, ਤੁਸਾਂ ਨੇ ਅੱਜ ਤੱਕ ਮੇਰੇ ਕੋਲ ਕੁਝ ਨਹੀਂ ਮੰਗਿਆ ਹੈ। ਮੈਂ ਜਦੋਂ ਦਾ ਧਰਤੀ ਮੰਡਲ ਤੇ ਆਇਆ ਹਾਂ ਤੇ ਅਨੇਕਾਂ ਦੀਆਂ ਜਿਹੜੀਆਂ ਮਨੋਕਾਮਨਾਵਾਂ ਪੂਰਨ ਕੀਤੀਆਂ, ਮੰਗਦੇ ਰਹੇ ਹੈ ਤੇ ਪੂਰਨ ਕੀਤੀਆਂ ਹੈ। ਅੱਜ ਤੱਕ ਤੁਸਾਂ ਨੇ ਕੁਝ ਨਹੀਂ ਮੰਗਿਆ ਹੈ। ਦੱਸੋ ਤੁਹਾਨੂੰ ਕੀ ਚਾਹੀਦਾ ਹੈ, ਇੱਛਾ ਕਰੋ। ਤੇ ਹੱਥ ਜੋੜ ਕੇ, ਭਾਵੇਂ ਕਿ ਚਾਚਾ ਸੀ, ਕ੍ਰਿਸ਼ਨ ਭਗਵਾਨ ਤੋਂ ਵੱਡੇ ਵੀ ਸੀ, ਪਰ ਫਿਰ ਵੀ ਹੱਥ ਜੋੜ ਕੇ ਕਿਹਾ, ਭਗਵਾਨ ਮੈਨੂੰ ਕੁਝ ਨਹੀਂ ਚਾਹੀਦਾ ਹੈ। ਕਹਿੰਦੇ ਨਹੀਂ, ਫਿਰ ਵੀ ਕਹਿੰਦੇ ਭਗਵਾਨ ਮੇਰੀ ਤਾਂ ਇੱਕ ਹੀ ਸ਼ੰਕਾ ਹੀ ਹੈ ਕਿ ਮਹਾਭਾਰਤ ਦਾ ਯੁੱਧ ਐਡਾ ਵੱਡਾ ਹੋਇਆ, ਕੌਰਵ ਪਾਂਡਵ ਆਪੋ ਵਿੱਚ ਲੜੇ ਹੈ, ਇਹ ਜਿੰਨਾ ਕੁਝ ਵੀ ਹੋਇਆ ਜੇ ਤੁਸੀਂ ਚਾਹੁੰਦੇ ਤੇ ਇਹ ਨਹੀਂ ਹੋ ਸਕਦਾ ਸੀ, ਕਿਉਂਕਿ ਪਾਂਡਵ ਤੁਹਾਡੇ ਮਿੱਤਰ ਵੀ ਸਨ, ਤੁਹਾਡੇ ਭਗਤ ਵੀ ਸੀ। ਤੁਸੀਂ ਇੰਨਾ ਕੁਝ ਜਾਣਦਿਆਂ ਹੋਇਆਂ ਵੀ ਉਹਨਾਂ ਨੂੰ ਕਿਵੇਂ ਜੂਏ 'ਚ ਹਰਾ ਦਿੱਤਾ, ਕਿਵੇਂ ਦ੍ਰੋਪਦੀ ਦੇ ਵਸਤਰਹੀਣ ਵਾਲਾ ਕਾਰਨਾਮਾ ਕਰਾ ਦਿੱਤਾ। ਜੇ ਤੁਸੀਂ ਚਾਹੁੰਦੇ ਤੇ ਇਹ ਕੁਝ ਨਹੀਂ ਸੀ ਹੋ ਸਕਦਾ। ਕ੍ਰਿਸ਼ਨ ਭਗਵਾਨ ਨੇ ਫਿਰ ਸਾਰਾ ਸਮਝਾਇਆ ਸੀ, ਜਿਵੇਂ ਉਹ ਵਿਸਥਾਰ ਨਾਲ ਸਮਝਾਇਆ ਤੇ ਕਿਹਾ ਸੀ ਕਿ ਐ ਮੇਰੇ ਊਧਵ ਭਗਤ, ਜਿਵੇਂ ਅਰਜਨ ਦੇ ਪਰਥਾਈ ਸ਼੍ਰੀਮਦ ਭਗਵਤ ਗੀਤਾ ਜਿਹੜੀ ਹੈ ਉਚਾਰਨ ਕੀਤੀ ਹੈ ਸਿੱਖਿਆ ਦੇ ਕੇ, ਇਸੇ ਤਰ੍ਹਾਂ ਤੁਹਾਡੇ ਨਾਮ 'ਤੇ ਊਧਵ ਗੀਤਾ ਜਾਣੀ ਜਾਏਗੀ। ਉਹ ਊਧਵ ਗੀਤਾ ਲਿਖੀ ਸੀ। ਇਹ ਕ੍ਰਿਸ਼ਨ ਭਗਵਾਨ ਦੇ ਚਾਚਾ ਜੀ ਸਨ ਜਿਹੜੇ ਬੜੇ ਭਗਤ ਹੋਏ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਅਕਰੂਰ ਭਗਤ ਜੀ ਹੋਏ ਹੈ। ਇਹ ਵੀ ਕ੍ਰਿਸ਼ਨ ਭਗਵਾਨ ਦੇ ਚਾਚਾ ਜੀ ਸੀ। ਗੁਰਬਾਣੀ 'ਚ ਬਚਨ ਹੈ, ਊਧੋ ਅਕਰੂਰ ਬਿਦਰ ਗੁਣ ਗਾਵੈ, ਸਰਬਾਤਮ ਜਿਨ ਜਾਣਿਓ। ਹੇ ਗੁਰੂ ਨਾਨਕ ਸਾਹਿਬ ਜੀ, ਜੋ ਕ੍ਰਿਸ਼ਨ ਭਗਵਾਨ ਦੇ ਊਧਵ ਚਾਚਾ ਜੀ ਸੀ, ਅਕਰੂਰ ਚਾਚਾ ਜੀ ਸੀ, ਇਹਨਾਂ ਨੇ ਵੀ ਤੁਹਾਡੇ ਗੁਣ ਗਾਏ ਹੈ। ਕਿਉਂ ਗੁਣ ਗਾਏ ਹੈ? ਕਿਉਂਕਿ ਉਹਨਾਂ ਸਰਬਾਤਮ ਸਾਰਿਆਂ ਵਿੱਚ ਉਸ ਪਰਮੇਸ਼ਰ ਦੀ ਆਤਮਾ ਨੂੰ ਹੀ ਜਾਣਿਆ ਹੈ। ਤੇ ਜਿਹੜੇ ਕ੍ਰਿਸ਼ਨ ਭਗਵਾਨ ਦੇ ਅਕਰੂਰ ਚਾਚਾ ਜੀ ਹੋਏ ਹੈ, ਇਹ ਜਦੋਂ ਕੰਸ ਨੇ, ਜੋ ਕ੍ਰਿਸ਼ਨ ਭਗਵਾਨ ਦੇ ਮਾਮਾ ਜੀ ਸਨ, ਤੇ ਧੋਖੇ ਨਾਲ ਨਿਉਂਦੇ ਦੇ ਬਹਾਨੇ ਕ੍ਰਿਸ਼ਨ ਭਗਵਾਨ ਨੂੰ ਤੇ ਬਲਰਾਮ ਦੋਵਾਂ ਭਰਾਵਾਂ ਨੂੰ ਬੁਲਾਇਆ ਸੀ ਤੇ ਅਕਰੂਰ ਨੂੰ ਹੀ ਭੇਜਿਆ ਸੀ ਕਿ ਜਾ ਕੇ ਸੁਣਾ ਦੇ ਗੋਕਲ ਦੇ ਵਿੱਚ ਜਾ ਕੇ ਕਿ ਹੇ ਕ੍ਰਿਸ਼ਨ ਜੀ, ਆਓ ਤੁਹਾਡੇ ਮਾਮਾ ਜੀ ਨੇ ਤੁਹਾਡਾ ਨਿਉਂਦਾ ਕੀਤਾ, ਕਿ ਛਕੋ। ਤੇ ਚੱਲਦੇ ਚੱਲਦੇ ਆਏ, ਸੁਣਾ ਦਿੱਤਾ ਕ੍ਰਿਸ਼ਨ ਭਗਵਾਨ ਨੂੰ। ਕ੍ਰਿਸ਼ਨ ਭਗਵਾਨ ਸੁਣ ਕੇ ਕਹਿੰਦੇ ਵੀ ਕਿਉਂ ਨਹੀਂ, ਜੇ ਮਾਮਾ ਜੀ ਨੇ ਕਿਹਾ ਹੈ ਤੇ ਕਿਉਂ ਨਹੀਂ ਛਕਾਂਗੇ। ਅੰਦਰਲੀ ਗੱਲ ਤੇ ਸਾਰੀ ਜਾਣਦੇ ਸੀ ਤੇ ਉਹਨਾਂ ਹੁਣ ਕੰਸ ਦਾ ਜਿਹੜਾ ਆਧਾਰ ਵੀ ਕਰਨਾ ਸੀ, ਉਹਨੂੰ ਖਤਮ ਵੀ ਕਰਨਾ ਸੀ। ਬੜੇ ਅੱਗੇ ਰਾਖਸ਼ ਭੇਜ ਥੱਕ ਗਿਆ ਸੀ। ਤੇ ਫਿਰ ਜਦੋਂ ਸੁਣਾ ਦਿੱਤਾ ਤੇ ਅਕਰੂਰ ਭਗਤ ਜੋ ਕ੍ਰਿਸ਼ਨ ਭਗਵਾਨ ਦੇ ਚਾਚਾ ਸੀ, ਬਲਰਾਮ ਜੀ ਨੂੰ ਤੇ ਕ੍ਰਿਸ਼ਨ ਭਗਵਾਨ ਨੂੰ ਲੈ ਕੇ ਤੇ ਚੱਲਦੇ ਜਾ ਰਹੇ ਹੈ। ਜਦੋਂ ਚੱਲਦੇ ਜਾ ਰਹੇ ਤੇ ਰਸਤੇ ਵਿੱਚ ਇਹ ਮਨ 'ਚ ਸ਼ੰਕਾ ਆ ਗਈ ਵੀ ਕੰਸ ਨੇ ਇਹਨਾਂ ਨੂੰ ਮਾਰ ਦੇਣਾ ਹੈ, ਕ੍ਰਿਸ਼ਨ ਭਗਵਾਨ ਹੋਣਾ ਨੂੰ ਧੋਖੇ ਨਾਲ, ਤੇ ਉਹਦਾ ਪਾਪ ਮੇਰੇ ਸਿਰ ਲੱਗੂਗਾ, ਮੈਂ ਉਹਦਾ ਪਾਪਾਂ ਦਾ ਭਾਗੀ ਬਣਾਂਗਾ। ਇਹਦਾ ਉਹ ਭਰਮ ਦੂਰ ਕਰਨ ਵਾਸਤੇ ਤੇ ਕ੍ਰਿਸ਼ਨ ਭਗਵਾਨ ਨੇ ਸਾਧ ਸੰਗਤ ਜੀ ਉਸ ਵਕਤ ਐਸਾ ਵਿਰਾਟ ਸਰੂਪ ਦਿਖਾਇਆ, ਹਜ਼ਾਰਾਂ ਹੀ ਨੇਤਰ ਹੈ, ਹਜ਼ਾਰਾਂ ਹੀ ਬਾਵਾਂ ਹੈ, ਜਿਨ੍ਹਾਂ ਵਿੱਚ ਸੰਖ ਹੀ ਫੜੇ ਤੇ ਗਦੇ ਫੜੇ ਹੋਏ, ਗੁਰਜ ਕਹੀਦਾ ਜਿਹਨੂੰ, ਹਜ਼ਾਰਾਂ ਹੀ ਲੱਤਾਂ, ਹਜ਼ਾਰਾਂ ਹੀ ਪੇਟ, ਐਸਾ ਰੂਪ ਦਿਖਾਇਆ। ਇਹ ਜਿਹੜਾ ਚਾਚਾ ਕਰੂਰ ਸੀ ਵੇਖ ਕੇ ਉੱਥੇ ਹੈਰਾਨ ਹੋ ਗਿਆ ਵੀ ਇਹਦੇ ਬੜੇ ਬਲੀ ਹੈ, ਇਹਨਾਂ ਨੂੰ ਕੰਸ ਨਹੀਂ ਮਾਰ ਸਕਦਾ। ਤੇ ਫਿਰ ਉਹ ਕ੍ਰਿਸ਼ਨ ਭਗਵਾਨ ਹੋਣੀ ਗਏ ਸੀ, ਚੰਡੂਰ ਮੁਸ਼ਟ ਜਿਹੜੇ ਭਲਵਾਨ ਖੜੇ ਕੀਤੇ, ਉਹਨਾਂ ਨੂੰ ਵੀ ਨਾ ਮਾਰਿਆ ਸੀ ਦੋਵਾਂ ਭਰਾਵਾਂ ਨੇ। ਤੇ ਜਿਹੜਾ ਕੰਸ ਸੀ, ਜਿਹੜਾ ਜਿਹਨੇ ਮਾਰਨ ਦੀ ਵਿਉਂਤ ਬਣਾਈ ਸੀ, ਇਹ ਭੱਜਣ ਲੱਗਾ ਸੀ। ਉਦੋਂ ਕ੍ਰਿਸ਼ਨ ਭਗਵਾਨ ਇਹਨੂੰ ਕੇਸਾਂ ਤੋਂ ਫੜ ਕੇ ਤੇ ਫਿਰ ਜਿਵੇਂ ਸਾਧ ਸੰਗਤ ਜੀ ਧੋਬੀ ਜਿਹੜਾ ਹੈ ਉਹ ਕੱਪੜੇ ਪਟਕਦਾ ਨਾ, ਪੱਥਰ 'ਤੇ ਮਾਰ ਮਾਰ ਉਹ
ਧੋਂਦਾ ਹੈ, ਇਵੇਂ ਕੇਸਾਂ ਤੋਂ ਫੜ ਫੜ ਮਾਰਿਆ ਸੀ ਇਹਨੂੰ। ਅਤੇ ਉਹ ਗੁਰਬਾਣੀ 'ਚ ਬਚਨ ਆਉਂਦੇ ਹੈ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਮਹਾਰਾਜ ਦੀ ਵਡਿਆਈ ਕਰਦੇ ਭੱਟਾਂ ਨੇ ਕਿਹਾ, ਇਹ ਮਹਾਰਾਜ ਤੁਸੀਂ ਦੁਆਪਰ 'ਚ ਕ੍ਰਿਸ਼ਨ ਭਗਵਾਨ ਬਣ ਕੇ ਅਤੇ ਉਹ ਕੰਸ ਨੂੰ ਮਾਰਿਆ ਸੀ, ਇਵੇਂ ਤੁਹਾਡੀ ਵਡਿਆਈ ਵੱਡੀ ਹੈ। ਅਤੇ ਉਹ ਸਾਧ ਸੰਗਤ ਜੀ, ਜਿਵੇਂ ਅਕਰੂਰ ਨੂੰ ਕ੍ਰਿਸ਼ਨ ਭਗਵਾਨ ਨੇ ਸਰੂਪ ਦਿਖਾਇਆ ਹੈ, ਇਸੇ ਤਰ੍ਹਾਂ ਜੋ ਅਰਜਨ ਸੀ ਨਾ ਪਾਂਡਵਾਂ ਵਿੱਚੋਂ, ਸ਼੍ਰੀਮਦ ਭਾਗਵਤ ਗੀਤਾ ਦਾ 11ਵਾਂ ਅਧਿਆਏ ਹੈ, ਵਿਸ਼ਵ ਰੂਪ ਦਰਸ਼ਨਾ ਯੋਗ। ਉਹਦੇ ਵਿੱਚ ਐਸਾ ਰੂਪ ਦਿਖਾਇਆ ਹੈ, ਉਹ ਕਹਿੰਦਾ ਸੀ ਅਰਜਨ ਕਿ ਮੈਂ ਆਪ ਜੀ ਨੂੰ ਜਾਣਨਾ ਚਾਹੁੰਦਾ ਕ੍ਰਿਸ਼ਨ ਜੀ, ਤੁਸੀਂ ਹੈ ਕੌਣ। ਇੰਨਾ ਵੱਡਾ ਸਰੀਰ ਕਰਕੇ ਦਿਖਾਇਆ ਕਿ ਪਤਾਲ, ਦੇਵਲੋਕ, ਮਾਤਲੋਕ ਸਰੀਰ ਦੇ ਵਿੱਚ ਹੀ ਵਸ ਰਹੇ ਹੈ। ਇੰਨੀਆਂ ਜਿਹੜੀਆਂ ਅੱਖਾਂ ਹਜ਼ਾਰਾਂ ਸੂਰਜ ਵਾਂਗ ਚਾਨਣ ਦੇ ਰਹੀਆਂ ਹੈ, ਬਾਹਾਂ ਹੀ ਬਾਹਾਂ, ਸਿਰ ਹੀ ਸਿਰ, ਲੱਤਾਂ ਹੀ ਲੱਤਾਂ, ਪੇਟ ਹੀ ਪੇਟ, ਅਤੇ ਦੁਨੀਆ ਜਿਹੜੇ ਬ੍ਰਹਿਮੰਡ ਦੇ ਬ੍ਰਹਿਮੰਡ ਸਮਾਏ ਹੋਏ। ਪਤਾ ਨਹੀਂ ਕਿੰਨੇ ਬ੍ਰਹਮਾ, ਕਿੰਨੇ ਸ਼ਿਵ ਜੀ ਜਿਹੜੇ ਹੈ ਉਹ ਕ੍ਰਿਸ਼ਨ ਭਗਵਾਨ ਦੇ ਸਰੂਪ 'ਚ ਸਮਾਏ ਹੋਏ। ਇਵੇਂ ਉਹ ਸਰੂਪ ਦਿਖਾਇਆ ਸੀ ਅਤੇ ਦੇਖ ਕੇ ਅਰਜਨ ਹੈਰਾਨ ਹੋ ਗਿਆ ਸੀ। ਇਸੇ ਤਰ੍ਹਾਂ ਅਕਰੂਰ ਨੂੰ ਦਿਖਾਇਆ, ਅਕਰੂਰ ਭਗਤ ਹੋਇਆ ਹੈ। ਇਹ ਭਾਈ ਉਸਨੇ ਨਾਮ ਦੀ ਮਹਿਮਾ ਜਾਣੀ ਹੈ, ਆਪਣਾ ਭਰਮ ਭੰਨਿਆ ਸੀ ਕਿ ਨਹੀਂ ਵੀ ਕ੍ਰਿਸ਼ਨ ਭਗਵਾਨ ਦੇ ਬਲਵਾਨ ਹੈ। ਇਸੇ ਤਰ੍ਹਾਂ ਹਨੂਮਾਤ ਕਹੀਏ, ਹਨੂਮਾਨ ਹੈ ਜਿਨ੍ਹਾਂ ਨੇ ਦਾਸਾ ਭਗਤੀ ਬੜੀ ਕੀਤੀ, ਇਹ ਉਹਨਾਂ ਦੇ ਨਾਮ ਆ ਰਹੇ ਹੈ ਜਿਨ੍ਹਾਂ ਦੇ ਗੁਰਬਾਣੀ ਵਿੱਚ ਵੀ ਨਾਮ ਹੈ ਭਗਤਾਂ ਦੇ। ਹਨੂਮੰਤ, ਇਹ ਜਿਹੜਾ ਹਨੂਮਾਨ ਸੀ ਉਹ ਹਨੂਮੰਤ ਜਾਗੈ ਧਰ ਲੰਕੂਰ, ਇਹ ਹਨੂਮਾਨ ਜਾਗਦਾ ਹੈ ਇਹ ਗਿਆਨ ਵਿੱਚ, ਭਾਵ ਲੰਗੂਰ ਵਾਂਗ ਬਣ ਕੇ ਵੀ, ਬਾਂਦਰ ਜੂਨੀ 'ਚ ਹੋ ਕੇ ਵੀ ਉਹ ਜਾਣਦਾ ਹੈ ਪਰਮੇਸ਼ਰ ਦੇ ਗਿਆਨ ਨੂੰ। ਅਤੇ ਜਿਸ ਤਰ੍ਹਾਂ ਵੇਖੋ ਕਿੰਨੀ ਸ਼ਕਤੀ ਨਾਲ ਉਹ ਲੰਕਾ ਨੂੰ ਸਾੜਿਆ ਸੀ, ਅਤੇ ਲੰਕਾ ਨੂੰ ਸਾੜ ਕੇ ਅਤੇ ਇੱਕ ਵਿਭੀਖਣ ਦੇ ਜਿਹੜੇ ਦਰਵਾਜ਼ੇ 'ਤੇ ਰਾਮ ਜੀ ਲਿਖਿਆ ਸੀ, ਜਿਹਦੇ ਕਰਕੇ ਉਹਦੀ ਕੁਟੀਆ ਨਹੀਂ ਸੀ ਸਾੜੀ। ਕਿੰਨਾ ਕੁਝ ਕੀਤਾ। ਫਿਰ ਜਦੋਂ ਲੰਕਾ ਦੀ ਜਿੱਤ ਹੋ ਗਈ, ਆਪਾਂ ਸੰਖੇਪ ਰੂਪ ਵਿੱਚ ਕਥਨ ਕਰੀਏ ਕਿ ਵਿਭੀਖਣ ਨੂੰ ਜਦੋਂ ਰਾਜ ਬਖਸ਼ ਦਿੱਤਾ, ਗੁਰਬਾਣੀ 'ਚ ਬਚਨ ਹੈ, ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਭਵੀਖਣ ਆਪਿਓ ਹੋ। ਅਤੇ ਜਦੋਂ ਰਾਜ ਦੇ ਦਿੱਤਾ ਅਤੇ ਵਿਭੀਖਣ ਨੇ ਪ੍ਰਸੰਨ ਹੋ ਕੇ ਸ਼੍ਰੀ ਰਾਮ ਚੰਦਰ ਭਗਵਾਨ ਨੂੰ ਇੱਕ ਬੜੀ ਵੱਡਮੁੱਲੀ ਮਾਲਾ ਦਿੱਤੀ ਸੁੱਚੇ ਮੋਤੀਆਂ ਦੀ। ਜਦੋਂ ਮਾਲਾ ਦਿੱਤੀ ਹੈ ਸ਼੍ਰੀ ਰਾਮ ਚੰਦਰ ਭਗਵਾਨ ਨੇ ਕਿ ਬ੍ਰਾਹਮਣ ਦਾ ਦਾਨ ਹੈ, ਅਸੀਂ ਛਤਰੀ ਹੁੰਦੇ ਹਾਂ, ਸਤਿਕਾਰ ਵਜੋਂ ਹੀ ਵੀ ਇਹ ਸਾਨੂੰ ਬਣਦੀ ਨਹੀਂ ਹੈ, ਠੀਕ ਨਾ ਸਮਝਦੇ ਹੋਏ ਸੀਤਾ ਮਾਤਾ ਨੂੰ ਦੇ ਦਿੱਤੀ ਮਾਲਾ ਕਿ ਇਹ ਹਨੂਮਾਨ ਨੂੰ ਫੜਾ ਦੇ। ਹਨੂਮਾਨ ਨੂੰ ਮਾਲਾ ਦਿੱਤੀ ਹੈ। ਜਦੋਂ ਹਨੂਮਾਨ ਨੇ ਉਹ ਮਾਲਾ ਲਈ ਹੈ ਅਤੇ ਕੀ ਕਰਦੇ ਕਿ ਮਾਲਾ ਪਹਿਲਾਂ ਵੇਖੀ ਜਾਂਦੇ ਆ, ਵੇਂਦੇ 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 ਅਖੀਰੀ ਉਹ ਮਾਲਾ ਤੋੜ ਕੇ ਅਤੇ ਉਹਦਾ ਮੋਤੀ ਇੱਕ ਫੜ ਲਿਆ। ਮੋਤੀ ਨੂੰ ਪੱਥਰ 'ਤੇ ਰੱਖ ਕੇ ਉੱਤੇ ਪੱਥਰ ਮਾਰਦੇ ਆ ਅਤੇ ਵੇਖ ਲੈਂਦੇ ਆ ਅਤੇ ਸੁੱਟ ਦਿੰਦੇ ਪਰੇ। ਫਿਰ ਉਹ ਮੋਤੀ ਨੂੰ ਪੱਥਰ 'ਤੇ ਰੱਖਦੇ ਆ, ਵੇਖਦੇ ਆ, ਤੋੜ ਕੇ ਅਤੇ ਸੁੱਟ ਦਿੰਦੇ ਆ। ਜੋ ਸੀਤਾ ਮਾਤਾ ਜਿਹਦੇ ਵਾਸਤੇ ਹਨੂਮਾਨ ਨੇ ਵੇਖੋ ਕਿੰਨਾ ਜ਼ਫਰ ਜਾਲਿਆ ਸੀ, ਉਸ ਸੀਤਾ ਮਾਤਾ ਦੇ ਮਨ 'ਚ ਘਿਰਣਾ ਆ ਗਈ ਵੀ ਐਡੀ ਵੱਡਮੁੱਲੇ ਮੋਤੀਆਂ ਦੀ ਮਾਲਾ ਇੰਨੀ ਮਹਿੰਗੀ ਗਲ 'ਚ ਪਾਉਣ ਨੂੰ ਦਿੱਤੀ ਅਤੇ ਰਹਿਣਾ ਜੰਗਲੀ ਦਾ ਜੰਗਲੀ। ਭਾਵ ਬਾਂਦਰਾਂ ਵਾਲੀ ਉਹ ਨੀਤ ਰੱਖੀ ਨਾ ਕਿ ਆਹ ਕਿੰਨੀ ਸੁੱਚੀ ਕਿੱਡੀ ਉੱਤਮ ਮਾਲਾ ਸੀ, ਭਗਵਾਨ ਰਾਮ ਚੰਦਰ ਨੇ ਦਿੱਤੀ ਹੈ ਕਿ ਹਨੂਮਾਨ ਨੂੰ ਦੇ ਦੇ, ਅਤੇ ਇਹਦੇ ਮੋਤੀ ਤੋੜ ਤੋੜ ਸੁੱਟੀ ਜਾ ਰਿਹਾ ਹੈ। ਅਖੀਰੀ ਰਿਹਾ ਨਾ ਗਿਆ ਅਤੇ ਕਿਹਾ ਇਹ ਹਨੂਮਾਨ ਮਾਲਾ ਤਾਂ ਤੈਨੂੰ ਦਿੱਤੀ ਹੈ ਗਲ 'ਚ ਪਾਉਣ ਨੂੰ, ਅਤੇ ਤੂੰ ਭੰਨ ਭੰਨ ਕੇ ਮੋਤੀ ਤੇ ਸਾਰੀ ਮਾਲਾ ਗਰਕ ਕਰਕੇ ਰੱਖ ਦਿੱਤੀ ਹੈ। ਇਹ ਕਿਉਂ? ਕਹਿੰਦੇ ਸੀਤਾ ਮਾਤਾ ਮੈਂ ਮੋਤੀਆਂ ਵਿੱਚੋਂ ਵੇਖ ਰਿਹਾ ਹਾਂ ਕਿ ਕਿਤੇ ਰਾਮ ਦਾ ਨਾਮ ਹੈ ਕਿ ਨਹੀਂ ਹੈ। ਜੇ ਰਾਮ ਦਾ ਨਾਮ ਹੈ ਤਾਂ ਇਹ ਮੋਤੀ ਮੇਰੇ ਕੰਮ ਦੇ ਨਹੀਂ, ਮੋਤੀਆਂ ਦੀ ਮਾਲਾ ਮੈਂ ਕੀ ਕਰਨੀ ਹੈ, ਮੈਂ ਤਾਂ ਭੰਨ ਭੰਨ ਕੇ ਦੇਖ ਰਿਹਾ। ਅਤੇ ਸੀਤਾ ਜੀ ਮਾਤਾ ਜੀ ਕਹਿਣ ਲੱਗੇ ਕਿ ਹਨੂਮਾਨ ਇਹ ਮੋਤੀ ਤਾਂ ਹੈ ਨਿਰਜੀਵ ਜੜ,
ਤੇ ਇਹਨਾਂ ਵਿੱਚ ਰਾਮ ਦਾ ਨਾਮ ਕਿੱਥੋਂ ਹੋ ਸਕਦਾ? ਬੰਦਾ ਹੋ ਤੇ ਮੰਨੀਏ, ਇਹ ਤੇ ਪੱਥਰ ਹੈ, ਜੜ ਹੈ, ਇਹਨਾਂ ਵਿੱਚ ਕਿੱਥੇ ਹੋਣਾ ਨਾਮ? ਬਾਕੀ ਤੂੰ ਕਹਿਣਾ ਕਿ ਰਾਮ ਇਹਨਾਂ ਵਿੱਚ ਹੈ ਨਹੀਂ, ਮੈਂ ਤਾਂ ਤੋੜਦਾ ਹਾਂ। ਆ ਜਿਹੜੇ ਤੇਰੇ ਅੰਦਰ ਹੱਡੀਆਂ ਹੈ, ਨਾੜਾਂ ਹੈ, ਤੇਰਾ ਮਾਸ ਹੈ, ਤੇਰੇ ਅੰਦਰ ਰਾਮ ਦਾ ਨਾਮ ਹੈ ਕਿੱਥੇ? ਦੱਸ, ਤੇਰੇ ਅੰਦਰ ਨਾਮ ਹੈ? ਹਨੂਮਾਨ ਜੀ ਕਹਿਣ ਲੱਗੇ, ਸੀਤਾ ਮਾਤਾ ਮੇਰੇ ਤੇ ਰੋਮ ਰੋਮ ਵਿੱਚ ਰਾਮ ਦਾ ਨਾਮ ਹੈ। ਕਹਿੰਦੇ ਐਵੇਂ ਨਹੀਂ ਗੱਲਾਂ ਕਰੀ ਦੀਆਂ, ਠੀਕ ਹੈ ਕਿ ਤੂੰ ਬੜਾ ਭਗਤ ਹੈ, ਪਰ ਜਿਹੜਾ ਰਾਮ ਦਾ ਨਾਮ ਹੈ ਉਹ ਹਿਰਦੇ 'ਚ ਹੋ ਸਕਦਾ ਹੈ, ਪਰ ਰੋਮ ਰੋਮ ਵਿੱਚ ਨਹੀਂ ਹੋ ਸਕਦਾ। ਹਨੂਮਾਨ ਜੀ ਕਹਿੰਦੇ ਮਾਤਾ ਵੇਖਣਾ ਚਾਹੁੰਦੀ ਹੈ ਤੂੰ? ਕਹਿੰਦੇ ਹਾਂ, ਤੇਰੇ ਅੰਦਰ ਹੈ ਕਿੱਥੇ? ਜੇ ਹੈ ਤੇ ਦਿਖਾ। ਉਸ ਵਕਤ ਆਪਣੇ ਹੱਥਾਂ ਦੇ ਨਾਲ ਛਾਤੀ ਦੀ ਖੱਲ ਪਾੜ ਕੇ ਤੇ ਸਾਧ ਸੰਗਤ ਜੀ ਰਾਮ ਦਾ ਨਾਮ ਵਿਖਾ ਦਿੱਤਾ। ਰੋਮ ਰੋਮ ਵਿੱਚ ਅੰਦਰ ਬਾਹਰ ਰਾਮ ਹੀ ਰਾਮ ਲਿਖਿਆ ਹੋਇਆ। ਕਹਿੰਦੇ ਹਾਂ ਮਾਂ, ਮੇਰੇ ਅੰਦਰ ਆਰਾਮ ਦਾ ਨਾਮ ਵਸਦਾ ਹੈ। ਸਾਰੇ ਵੇਖ ਕੇ ਧੰਨ ਹਨੂਮਾਨ, ਧੰਨ ਹਨੂਮਾਨ ਕਹਿਣ ਲੱਗ ਗਏ। ਹਨੂਮਾਨ ਦੀ ਜੈ ਜੈ ਹੋਣ ਲੱਗ ਪਈ। ਤੇ ਗੁਰਬਾਣੀ ਜੀ ਬਚਨ ਹੈ, ਹਨੂਮੰਤ ਜਾਗੈ ਧਰ ਲੰਕੂਰ। ਕਿ ਹਨੂਮਾਨ ਜਾਗਦਾ ਹੈ ਗਿਆਨ ਦੀ ਅਵਸਥਾ ਵਿੱਚ, ਉਸ ਨਾਮ ਦੇ ਵਿੱਚ ਲੰਕੂਰ ਵਾਂਗ ਆਪਣੀ ਪੂਛ ਰੱਖ ਗਏ। ਕਿੰਨੀ ਮਹਾਨ ਭਗਤੀ, ਦਾਸਾ ਭਗਤੀ ਜਿਹੜੀ ਹੈ ਹਨੂਮਾਨ ਭਗਤ ਜੀ ਨੇ ਕੀਤੀ ਹੈ। ਇਸ ਤਰ੍ਹਾਂ ਭਗਤ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ ਕਿ ਹਨੂਮਾਨ ਨੇ ਭਾਈ ਨਾਮ ਦੀ ਮਹਿਮਾ ਜਾਣੀ ਹੈ, ਆਪਣਾ ਭਰਮ ਭੰਨਿਆ ਹੈ ਤੇ ਰਾਮ ਜੀ ਨਾਲ ਇੱਕ ਮਿਕ ਹੋਏ ਸੀ, ਐਸੀ ਭਗਤੀ ਕੀਤੀ ਹੈ। ਫਿਰ ਭੀਲਣੀ ਮਾਤਾ ਹੋਏ ਹੈ ਜਿਨ੍ਹਾਂ ਨੇ ਸਾਧ ਸੰਗਤ ਜੀ ਬੜੀ ਸੇਵਾ ਕੀਤੀ। ਮਤੰਗ ਰਿਖੀ ਜੀ ਤੋਂ ਮੰਤਰ ਲਿਆ ਤੇ ਨਾਮ ਜਪਦੇ ਹੈ, ਸੰਤਾਂ ਦੀ ਬੜੀ ਸੇਵਾ ਕਰਦੀ ਸੀ। ਪਰ ਉਹ ਜਿਹੜੇ ਰਹਿਣ ਵਾਲੇ ਸੰਤ ਉੱਥੇ ਕੁਟੀਆ ਵਿੱਚ ਮਤੰਗ ਰਿਖੀ ਪਾਸ, ਉਹ ਈਰਖਾ ਕਰਨ ਲੱਗੇ। ਇਹ ਮਾਤਾ ਲੱਕੜਾਂ ਲੈ ਆਉਂਦੀ ਸੀ ਰਾਤ ਹੀ। ਉਹ ਕਹਿੰਦੇ ਵੀ ਇਹ ਕੌਣ ਜਿਹੜੀ ਲੱਕੜਾਂ ਲੈ ਆਉਂਦੀ ਹੈ, ਸਾਡੀ ਸੇਵਾ ਨਾਸ ਕਰ ਰਹੀ ਹੈ। ਇੱਕ ਦਿਨ ਧਿਆਨ ਰੱਖਿਆ ਤੇ ਮਾਤਾ ਭੀਲਣੀ ਜੀ ਫੜੀ ਗਈ, ਜੋ ਬਜ਼ੁਰਗ ਬੜੀ ਸੀ। ਫਿਰ ਇਸ ਮਾਤਾ ਨੂੰ ਉਹਨਾਂ ਨੇ ਜਿਹੜਾ ਮਨਾ ਕਰ ਦਿੱਤਾ, ਤੂੰ ਇੱਥੇ ਨਹੀਂ ਆਉਣੀ ਚਾਹੀਦੀ ਅੱਜ ਤੋਂ। ਮਤੰਗ ਰਿਖੀ ਜੀ ਨੇ ਮੰਤਰ ਦਿੱਤਾ ਤੇ ਫਿਰ ਇਹ ਮਾਤਾ ਜੀ ਨੇ ਸੋਚਿਆ ਵੀ ਆਪਣੇ ਡੇਰੇ 'ਚ ਨਹੀਂ ਆਉਣ ਦਿੰਦੇ, ਚਲੋ ਜਿੱਥੇ ਪੰਪਾ ਸਰ ਨਦੀ ਵਿੱਚ ਇਸ਼ਨਾਨ ਕਰਦੇ ਹੈ, ਜਿਸ ਰਸਤੇ ਥਾਣੀ ਲੰਘਦੇ ਸੰਤਾਂ ਦੀ, ਉਹ ਰਸਤਾ ਸਾਫ਼ ਕਰਕੇ ਸੇਵਾ ਕਰ ਲਿਆ ਕਰਾਂਗੀ। ਉਹ ਰਾਤ ਉਹ ਸੰਤਾਂ ਤੋਂ ਪਹਿਲਾਂ ਉੱਠ ਕੇ ਤੇ ਇਹ ਭੀਲਣੀ ਮਾਤਾ ਨੇ ਕੁੱਬੇ ਲੱਕ ਨਾਲ ਜਿਹੜਾ ਝਾੜੂ ਦਿਆ ਕਰਨਾ, ਉਹ ਸਾਰਾ ਥਾਂ ਸਾਫ਼ ਕਰ ਦਿਆ ਕਰਨਾ। ਇਹ ਜਿਹੜੇ ਮਤੰਗ ਰਿਖੀ ਦੇ ਚੇਲੇ ਜਾਇਆ ਕਰਦੇ, ਇਹਨਾਂ ਵੇਖਿਆ ਵੀ ਆਹ ਸਫਾਈ ਕੌਣ ਕਰ ਜਾਂਦਾ ਹੈ, ਇਹ ਕਿਹੜਾ ਹੈ ਜਿਹੜਾ ਸਾਡੀ ਸੇਵਾ ਕਰ ਰਿਹਾ, ਇਹ ਵੇਖਣਾ ਚਾਹੀਦਾ। ਇੱਕ ਦਿਨ ਰਾਤ ਵੇਖਿਆ ਇਹਨਾਂ ਨੇ। ਉਹ ਫਿਰ ਮਾਤਾ ਭੀਲਣੀ ਮਤੰਗ ਰਿਖੀ ਜੀ ਦੇ ਉਸ ਸਮੇਂ ਸਰੀਰ ਛੱਡ ਕੇ ਉਹ ਜੋਤ ਆਪਣੀ ਲੀਨ ਕਰ ਲਈ ਸੀ ਪਰਮੇਸ਼ਰ ਵਿੱਚ, ਕਿਉਂਕਿ ਬੜੇ ਭਗਤ ਸਨ। ਇਹਨਾਂ ਨੂੰ ਕੋਈ ਹੁਣ ਰੋਕਣ ਵਾਲਾ ਨਹੀਂ ਸੀ। ਇਹਨਾਂ ਸੰਤਾਂ ਨੇ ਉਹ ਮਾਤਾ ਭੀਲ ਨੂੰ ਬੜਾ ਕੁੱਟਿਆ, ਬੜਾ ਉਹਨੂੰ ਮਾਰਿਆ ਤੇ ਉਹ ਵਿਚਾਰੀ ਹੱਥ ਜੋੜ ਕੇ ਮਾਫੀ ਮੰਗੀ ਤੇ ਕਹਿੰਦੀ ਵੀ ਮੈਂ ਨਹੀਂ ਤੁਹਾਡੀ ਸੇਵਾ ਕਰਦੀ। ਉਹ ਮਾਤਾ ਭੀਲਣੀ ਨੂੰ ਮਾਰਨੇ ਕਰਕੇ ਜਿਹੜੀ ਪੰਪਾ ਸਰ ਨਦੀ 'ਚ ਇਸ਼ਨਾਨ ਕਰਦੇ ਸੀ, ਉਹਦੇ ਵਿੱਚ ਕੀੜੇ ਪੈ ਗਏ। ਇਹ ਸੰਤ ਬੜੇ ਹੁਣ ਔਖੇ ਵੀ ਇਸ਼ਨਾਨ ਕਰੀਏ ਤੇ ਕਰੀਏ ਕਿੱਥੇ, ਪਾਣੀ ਪੀਣ ਖਣੋਂ ਬੈਠੇ ਆ। ਇੱਧਰੋਂ ਪਤਾ ਲੱਗਾ ਕਿ ਸ਼੍ਰੀ ਰਾਮ ਚੰਦਰ ਭਗਵਾਨ 14 ਸਾਲ ਦਾ ਬਨਵਾਸ ਕੱਟ ਰਹੇ ਤੇ ਇੱਧਰ ਵੀ ਆ ਰਹੇ ਹੈ। ਇੱਧਰ ਮਾਤਾ ਭੀਲਣੀ ਜੀ ਨੂੰ ਬੜੀ ਆਸ ਸੀ ਕਿ ਮੇਰੇ ਪਾਸ ਆਉਣਗੇ ਤੇ ਨਾਮ ਵੀ ਬੜਾ ਜਪਦੀ ਸੀ। ਉੱਧਰ ਜਿਹੜੇ ਸੰਤ ਡੇਰਿਆਂ 'ਚ ਰਹਿਣ ਵਾਲੇ ਸੀ, ਉਹ ਆਪੋ ਆਪਣੀ ਕੁਟੀਆ ਸਵਾਰਨ ਲੱਗੇ। ਕੋਈ ਕਹਿੰਦਾ ਵੀ ਮੇਰੀ ਜਿਆਦੀ ਭਗਤੀ ਉੱਥੇ ਆਉਣਗੇ ਭਗਵਾਨ ਜੀ, ਕੋਈ ਕਹਿੰਦਾ ਮੇਰੀ ਕੁਟੀਆ 'ਚ ਆਉਣਗੇ। ਪਰ ਉਹ ਕਿਤੇ ਨਾ ਗਏ ਰਾਮਚੰਦਰ ਭਗਵਾਨ ਜੀ, ਸਿੱਧਾ ਭੀਲਣੀ ਮਾਤਾ ਦੀ ਟੁੱਟੀ ਕੁੱਲੀ ਵਿੱਚ ਚਲੇ ਗਏ। ਇਸ ਮਾਤਾ ਨੇ ਸਾਧ ਸੰਗਤ ਜੀ ਉਹ ਜਿਹੜੇ ਝੂਠੇ ਬੇਰ, ਭਾਵ ਪਹਿਲਾਂ ਆਪ ਉਹ ਬੇਰੀ ਦੇ ਥੱਲੇ ਬੇਰ ਖਾ ਕੇ ਵੇਖੇ ਸੀ ਵੀ ਚੰਗੇ ਕਿ ਜਾਂ ਗਲ ਘੋਟੂ ਹੈ, ਮਿੱਠੇ ਮਿੱਠੇ ਬੇਰ ਚੁਣ ਕੇ ਤੇ ਸ਼੍ਰੀ ਰਾਮਚੰਦਰ ਭਗਵਾਨ ਨੂੰ ਛਕਾਏ ਸੀ ਤੇ ਮਾਤਾ ਭੀਲਣੀ ਨੂੰ ਧੰਨ ਧੰਨ ਕਿਹਾ ਸੀ। ਇਹ ਸੰਤ ਫਿਰ ਉੱਥੇ ਆਏ, ਕਹਿੰਦੇ ਵੀ ਭਗਵਾਨ ਜੀ ਤੁਸੀਂ ਸਾਡੀ ਕੁਟੀਆ ਵਿੱਚ ਨਹੀਂ ਆਇਆ, ਭੀਲਣੀ ਦੀ ਟੁੱਟੀ ਕੁਟੀਆ 'ਚ ਆ ਗਏ ਹੋ। ਕਹਿੰਦੇ ਵੀ ਵੇਖੋ ਭੀਲਣੀ ਜਿਹੜੀ ਹੈ ਇਹ ਤੁਹਾਡੇ ਨੂੰ
ਇਹ ਲਛਮਣ ਨੂੰ ਇਹ ਮੇਰੇ ਨਾਲੋਂ ਵੀ ਵੱਡੀ ਹੈ, ਇਹਦੀ ਭਗਤੀ ਜ਼ਿਆਦਾ ਹੈ, ਸਾਡੇ ਤੋਂ ਉੱਤਮ ਹੈ। ਹੁਣ ਉਹ ਕੀ ਕਹਿੰਦੇ, ਜਦੋਂ ਭਗਵਾਨ ਨੇ ਆਪ ਹੀ ਇਹ ਗੱਲ ਕਹਿ ਦਿੱਤੀ ਹੈ, ਚੁੱਪ ਕਰ ਰਹੇ। ਫਿਰ ਅਖੀਰੇ ਕਹਿੰਦੇ ਭਗਵਾਨ ਜੀ ਅਸੀਂ ਬੜੇ ਤੰਗ ਹਾਂ ਅਤੇ ਸਾਡਾ ਜਿਹੜਾ ਸਰੋਵਰ ਪੰਪਾਸਰ ਨਦੀ ਉੱਥੇ ਕੀੜੇ ਚੱਲ ਪਏ ਹੈ ਅਤੇ ਇਸ਼ਨਾਨ ਕਰਨ ਖੁਣ ਵੀ ਬੜੇ ਤੰਗ ਬੈਠੇ ਹਾਂ। ਭਗਵਾਨ ਰਾਮਚੰਦਰ ਸਾਰਾ ਕੁਝ ਜਾਣਦੇ ਸੀ। ਕਹਿੰਦੇ ਵੀ ਤੁਸੀਂ ਇੰਨੇ ਸੰਤ ਹੋ ਕਮਾਈ ਵਾਲੇ, ਅਤੇ ਕਿਉਂ ਨਾ ਆਪਣੇ ਚਰਨਾਂ ਨੂੰ ਧੋ ਕੇ ਦੇ ਵਿੱਚ ਪਾਣੀ ਪਾ ਦਿਓ, ਆਪੇ ਕੀੜੇ ਜਿਹੜੇ ਸਾਰੇ ਖਤਮ ਹੋ ਜਾਣਗੇ। ਕਹਿੰਦੇ ਜੀ ਠੀਕ ਹੈ। ਗਏ ਹੈ, ਆਪਣੇ ਚਰਨਾਂ ਨੂੰ ਧੋ ਕੇ ਪਾਣੀ ਪਾਇਆ, ਪਰ ਪਾਣੀ ਪਵਿੱਤਰ ਨਹੀਂ ਹੋਇਆ। ਸ਼੍ਰੀ ਰਾਮਚੰਦਰ ਭਗਵਾਨ ਜੀ ਪਾਸ ਆਏ, ਫਿਰ ਇਹਨਾਂ ਦਾ ਜਲ ਚਰਨਾਂ ਦਾ ਪਾਇਆ ਜਾ ਕੇ, ਤਾਂ ਵੀ ਸਾਧ ਸੰਗਤ ਜੀ ਉਹ ਪਵਿੱਤਰ ਨਹੀਂ ਹੋਇਆ ਜਾਣਾ। ਫਿਰ ਭਗਵਾਨ ਰਾਮਚੰਦਰ ਜੀ ਨੇ ਕਿਹਾ ਵੀ ਜੇ ਹੁਣ ਜਲ ਪਵਿੱਤਰ ਹੋ ਸਕਦਾ ਹੈ ਤਾਂ ਇਸੇ ਭੀਲਣੀ ਮਾਤਾ ਦੇ ਚਰਨਾਂ ਦਾ ਜਲ ਧੋ ਕੇ ਪਾਓ, ਤਾਂ ਪਵਿੱਤਰ ਹੋ ਸਕਦਾ ਹੈ। ਜਿਹਨੂੰ ਤੁਸੀਂ ਨੀਚ ਜਾਤ ਦੀ ਕਹਿੰਦੇ ਹੋ, ਉਹ ਵਡਿਆਈ ਦੇਣੀ ਸੀ। ਜਿਹੜੇ ਉਹ ਸੰਤਾਂ ਨੇ ਮਾਤਾ ਭੀਲਣੀ ਨੂੰ ਕੁੱਟਿਆ ਸੀ, ਮਾਰਿਆ ਸੀ, ਚੰਗਾ ਨਹੀਂ ਸੀ ਚਾਹੁੰਦੇ, ਅੱਜ ਉਹਨਾਂ ਨੂੰ ਚਰਨ ਧੋਣ ਦਾ ਸਮਾਂ ਬਣ ਆਇਆ। ਪਰ ਭੀਲਣੀ ਮਾਤਾ ਦੀ ਧਨ ਕਮਾਈ ਹੈ, ਕਹਿੰਦੀ ਭਗਵਾਨ ਜੀ ਮੈਨੂੰ ਗੁਨਾਹਗਾਰ ਨਾ ਕਰੋ, ਇਹ ਸੰਤ ਹੈ ਆਪਦੇ, ਮੈਂ ਇਹਨਾਂ ਪਾਸੋਂ ਆਪਣੇ ਚਰਨ ਨਹੀਂ ਧੋਣਾ ਚਾਹੁੰਦੀ, ਮੈਂ ਆਪਣੇ ਚਰਨ ਆਪੇ ਧੋ ਲੈਣੀ ਜੇ ਤੁਸੀਂ ਕਹਿੰਦੇ ਹੋ। ਉਹ ਬਜ਼ੁਰਗ ਮਾਤਾ ਨੇ ਆਪਣੇ ਚਰਨ ਧੋ ਕੇ ਉਹ ਜਲ ਦਿੱਤਾ, ਉਹ ਪੰਪਾਸਰ ਨਦੀ 'ਚ ਪਾਇਆ ਅਤੇ ਸਾਰੇ ਕੀੜੇ ਜਿਹੜੇ ਨਾਸ ਹੋ ਗਏ, ਜਲ ਪਵਿੱਤਰ ਹੋ ਗਿਆ ਉੱਜਲ ਸੋਨੇ ਵਾਂਗ। ਸਾਰੇ ਵੇਖ ਕੇ ਹੈਰਾਨ ਹੋ ਗਏ ਸੀ ਅਤੇ ਭਗਵਾਨ ਜੀ ਨੂੰ ਕਹਿਣ ਲੱਗੇ ਆਪ ਜੀ ਦੇ ਧੰਨ ਹੋ ਭਗਵਾਨ ਜੀ, ਜਿਨ੍ਹਾਂ ਨੇ ਆਪਣੇ ਨੀਚਾਂ ਭਗਤਾਂ ਨੂੰ ਉੱਚਾ ਕੀਤਾ, ਭਾਵ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਤੁਸੀਂ ਉੱਚਾ ਕਰ ਦਿੰਦੇ ਹੋ। ਇਵੇਂ ਉਹ ਭੀਲਣੀ ਮਾਤਾ ਨੇ ਸਾਧ ਸੰਗਤ ਜੀ, ਜਿਹਨੂੰ ਸਬਰੀ ਵੀ ਕਿਹਾ ਜਾਂਦਾ ਹੈ, ਉਹਨੇ ਨਾਮ ਦੇ ਜਸ ਨੂੰ ਜਾਣਿਆ ਹੈ। ਉਹ ਨਾਮ ਜਪਿਆ ਸੀ, ਜਿਹਦੇ ਕਰਕੇ ਉਹ ਨਦੀ ਵਿੱਚ ਵੀ ਕੀੜੇ ਚੱਲ ਗਏ ਸੀ ਇਹਨੂੰ ਮਾਰਨ ਕਰਕੇ। ਇਵੇਂ ਨਾਮ ਦੀ ਵਡਿਆਈ ਉਸ ਭੀਲਣੀ ਮਾਤਾ ਨੇ ਜਾਣੀ ਹੈ। ਧੰਨ ਧੰਨਾ ਅਤੇ ਜਾਂ ਨਾਮ ਦੀ ਵਡਿਆਈ ਭਗਤ ਧੰਨਾ ਜੀ ਨੇ ਜਾਣੀ ਹੈ, ਜਿਨ੍ਹਾਂ ਨੇ ਉਹ ਪੱਥਰ ਵਿੱਚੋਂ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ ਸੀ। ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੈ। ਬਾਹਮਣ ਤਰਲੋਚਨ ਬ੍ਰਾਹਮਣ ਸੀ ਉਹਦਾ ਨਾਮ, ਉਹ ਪੂਜਦਾ ਸੀ ਠਾਕਰ, ਰੋਜ਼ ਇਸ਼ਨਾਨ ਕਰਿਆ ਕਰੇ, ਧੂਪ ਬੱਤੀ ਕਰਿਆ ਕਰੇ ਅਤੇ ਆਪ ਪੂੜੀਆਂ ਦਾ ਭੋਗ ਲਵਾ ਕੇ ਮਾੜਾ ਜਿਹਾ ਅਤੇ ਬਾਅਦ ਵਿੱਚ ਆਪ ਖਾਇਆ ਕਰੇ, ਦਸ਼ਣਾ ਹੋਰ ਵੀ ਲਿਆ ਕਰੇ। ਇਹ ਛੋਟੇ ਹੁੰਦੇ ਤੋਂ ਭਗਤ ਧੰਨਾ ਜੀ ਵਹਿੰਦੇ ਆ ਰਹੇ ਸੀ। ਧੰਨੇ ਡਿੱਠਾ ਚਲਤੇ ਹੋ, ਪੁੱਛੇ ਬਾਹਮਣ ਆਖ ਸੁਣਾਵੇਂ। ਇੱਕ ਦਿਨ ਵੇਖਿਆ ਕਿ ਬ੍ਰਾਹਮਣ ਜੀ ਇਹ ਕੀ ਕਰਦੇ ਹੈ ਅਤੇ ਪੁੱਛਿਆ ਹੈ। ਅੱਗੋਂ ਬ੍ਰਾਹਮਣ ਨੇ ਦੱਸਿਆ ਹੈ, ਠਾਕਰ ਦੀ ਸੇਵਾ ਕਰੈ ਜੋ ਇੱਛੇ ਸੋ ਫਲ ਪਾਵੇ। ਭਗਤ ਧੰਨਾ ਜੀ ਕਹਿੰਦੇ ਵੀ ਹੇ ਬ੍ਰਾਹਮਣ ਦੇਵਤਾ ਜੀ, ਇਹ ਪੱਥਰਾਂ ਦੀ ਸੇਵਾ ਕੀਤਿਆਂ ਕੀ ਪ੍ਰਾਪਤ ਹੁੰਦਾ ਹੈ? ਕਹਿੰਦੇ ਜਿਹੜਾ ਇਹਨਾਂ ਠਾਕਰਾਂ ਦੀ ਸੇਵਾ ਕਰਦਾ ਉਹ ਜੋ ਇੱਛਾ ਕਰਦਾ ਉਹ ਫਲ ਪਾ ਲੈਂਦਾ ਹੈ। ਫਿਰ ਧੰਨਾ ਕਰੇ ਜੋਦੜੀ, ਮੈਂ ਭੇਜ ਦੇ ਇੱਕ ਜੇ ਤੁਧ ਭਾਵੇਂ। ਧੰਨਾ ਕਰਦਾ ਜੋਦੜੀ। ਭਗਤ ਧੰਨਾ ਜੀ ਹੱਥ ਜੋੜ ਕੇ ਕਹਿਣ ਲੱਗੇ, ਹੇ ਬ੍ਰਾਹਮਣ ਦੇਵਤਾ ਜੀ, ਜੇ ਤੁਹਾਡੀ ਮਿਹਰ ਹੋ ਜੇ ਤੁਹਾਨੂੰ ਭਾਉਂਦਾ ਹੋਵੇ ਤਾਂ ਇੱਕ ਠਾਕਰ ਮੈਨੂੰ ਦੇ ਦਿਓ, ਮੈਂ ਤੁਹਾਨੂੰ ਸੁੰਦਰ ਗਾਂ ਦੇ ਦੇਣਾ ਹਾਂ। ਉਹ ਗਾਂ ਦੇ ਵੱਟੇ ਇੱਕ ਪੱਥਰ ਲੈ ਆਂਦਾ ਅਤੇ ਇਹ ਬ੍ਰਾਹਮਣ ਨੇ ਤਾਂ ਆਪਣਾ ਖਹਿੜਾ ਛਡਾਇਆ ਸੀ, ਪਰ ਭਗਤ ਧੰਨਾ ਜੀ ਨੇ ਉਸ ਵਿੱਚੋਂ ਸਾਧ ਸੰਗਤ ਜੀ ਪਰਮੇਸ਼ਰ ਪ੍ਰਗਟ ਕੀਤਾ। ਉਹ ਲੱਸੀ, ਉਹ ਦੁੱਧ, ਉਹ ਆਪਣਾ ਪ੍ਰਸ਼ਾਦਾ ਛਕਾਇਆ ਸੀ। ਆਪ ਬੈਠੇ ਰਹੇ, ਕਹਿੰਦੇ 2 ਦਿਨ ਲੰਘੇ ਹੈ, ਪਰ ਪੱਥਰ 'ਚ ਪ੍ਰਗਟ ਕਿੱਥੋਂ ਹੋ ਗਏ ਪਰਮੇਸ਼ਰ। ਅਖੀਰੀ ਉਹ ਪ੍ਰਗਟ ਹੋਣਾ ਪਿਆ ਅਤੇ ਭਗਤ ਧੰਨਾ ਜੀ ਨੂੰ ਪਹਿਲਾਂ ਆਪ ਛਕੀ ਹੈ ਲੱਸੀ, ਉਹ ਪ੍ਰਸ਼ਾਦਾ, ਫਿਰ ਸੀਤ ਪ੍ਰਸ਼ਾਦ ਭਗਤ ਧੰਨਾ ਜੀ ਨੂੰ ਛਕਾਇਆ ਹੈ। ਇਵੇਂ ਧੰਨੇ ਭਗਤ ਜੀ ਨੇ ਉਹ ਨਾਮ ਦੀ ਮਹਿਮਾ ਜਾਣੀ ਹੈ। ਜਿਸ ਧੰਨੇ ਭਗਤ ਦਾ ਫਿਰ ਪਰਮੇਸ਼ਰ ਨੇ ਸਾਧ ਸੰਗਤ ਜੀ ਹਲਟਾਂ ਵੀ ਚਲਾਈਆਂ, ਹਲ ਵੀ ਜੋਏ, ਨੱਕੇ ਵੀ ਮੋੜੇ, ਬੜੀ ਸੇਵਾ ਕੀਤੀ।
ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਬਾਣੀ ਉਚਾਰਨ ਕੀਤੀ ਸੀ ਭਗਤ ਧੰਨੇ ਜੀ ਨੇ। ਇਵੇਂ ਨਾਮ ਦੀ ਮਹਿਮਾ ਭਗਤ ਧੰਨਾ ਜੀ ਨੇ ਜਾਣੀ ਹੈ। ਜਾਵੇਂ ਵੀ ਇਹ ਸਾਰੇ ਭਗਤ ਧੰਨ ਧੰਨਾ ਭਾਈ ਧੰਨਤਾ ਦੇ ਯੋਗ ਹੋਏ ਆ। ਭਗਤ ਧੰਨਾ ਜੀ ਵੀ ਧੰਨਤਾ ਦੇ ਯੋਗ ਹੋਏ ਹਨ। ਜੁਗ ਚਾਰ ਵਿਖੇ ਜਨ ਕੋ ਜਨਮੇ। ਜੋ ਬਾਣਿਆ ਪਰਸੋਂ ਦਾ ਐਵੇਂ ਜੁਗ ਚਾਰ ਵਿਖੇ ਜਨ ਜੋ ਜਨਮੇ। ਜੁਗ ਚਾਰਾਂ ਦੇ ਵਿੱਚ ਹੇ ਭਾਈ ਜਿਹੜੇ ਵੀ ਜਨ ਆ ਜਨਮੇ ਹਨ ਅਵਤਾਰ ਧਾਰੇ ਹੈ। ਜਿਨਹੁ ਕਿਨ ਨਾਮ ਹੂੰ ਤੇ ਭ੍ਰਮ ਭੰਨਾ। ਜਿਨਨੇ ਕਿਸੇ ਨੇ ਵੀ ਆ ਨਾਮ ਦੇ ਨਾਲ ਹੀ ਆਪਣਾ ਭਰਮ ਭੰਨਿਆ ਹੈ, ਭਾਵ ਆਪਣੇ ਆਤਮ ਸਰੂਪ ਨੂੰ ਪਰਮੇਸ਼ਰ ਦੇ ਵਿੱਚ ਮਿਲਾਇਆ ਹੈ। ਆਤਮਾ ਪਰਮਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ। ਜਿਹੜੀ ਦੁਚਿੱਤਾਪਨ ਹੈ ਤੂੰ ਮੈਂ ਉਹ ਖਤਮ ਕੀਤੀ ਹੈ। ਬਸ ਤੂੰ ਇਹੀ ਰੱਖਿਆ ਹੈ। ਭਗਤਾਂ ਨੇ ਨਾਮ ਜਪਿਆ ਹੈ ਭਾਈ। ਨਾਮ ਕਰਕੇ ਉਹਨਾਂ ਦੀ ਵਡਿਆਈ ਹੈ। ਨਾਮ ਕਰਕੇ ਉਹ ਪ੍ਰਸਿੱਧ ਹੈ। ਨਾਮ ਕਰਕੇ ਅੱਜ ਜਾਣੇ ਜਾਂਦੇ ਹੈ। ਭਾਵੇਂ ਕਿ ਧਰੂ ਭਗਤ ਹੋਣੀ, ਪ੍ਰਹਲਾਦ ਭਗਤ ਹੋਣੀ, ਭਗਤ ਸੁਦਾਮੇ ਹੋਣੀ, ਮਾਤਾ ਭੀਲਣੀ ਆਦਿਕ, ਕੁਬਜਾ, ਗਨਕਾ, ਸੂਰਦਾਸ, ਕਿੰਨੇ ਭਗਤ ਹੋਏ ਹੈ। ਇਹ ਯੁੱਗਾਂ ਵਿੱਚ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਹੋਏ ਹੈ। ਯੁੱਗ ਚਾਰਾਂ ਵਿੱਚ ਜੋ ਵੀ ਜਨਮੇ ਹੈ, ਜਿਨਨੇ ਕਿਸੇ ਨੇ ਭਾਈ ਨਾਮ ਜਪ ਕੇ ਆਪਣਾ ਭਰਮ ਭੰਨਿਆ ਹੈ। ਹੇ ਜੀਵ, ਜੇ ਤੂੰ ਆਪਣਾ ਭਰਮ ਭੰਨਣਾ ਚਾਹੁੰਦਾ ਹੈ ਤੂੰ ਵੀ ਨਾਮ ਦੀ ਕਮਾਈ ਕਰ। ਕਬਿਤ ਬਾਣੀ ਸ਼ਬ ਬਾਣੀ ਅੰਗ ਸੇਖ ਤਨ ਸੰਗ ਰੰਗ। ਹੁਣ ਨਾਮ ਕਰਕੇ ਜਿਹੜੇ ਸ੍ਰੇਸ਼ਟ ਉਜਲ ਹੈ, ਕਵੀ ਸਾਹਿਬ ਜੀ ਉਹਨਾਂ ਬਾਰੇ ਦੱਸ ਰਹੇ ਹੈ ਕਿ ਬਾਣੀ ਕਹੀਏ ਜਿਹੜੀ ਬਾਣੀ ਹੈ ਜਾਂ ਸਾਰਦਾ, ਵੀ ਸਾਰਦਾ ਦੀ ਜਿਹੜੀ ਛਵੀ ਸੁੰਦਰਤਾ ਬਣ ਰਹੀ ਹੈ ਜੋ ਉਹਦੇ ਅੰਗਾਂ ਦੀ, ਉਹ ਪਰਮੇਸ਼ਰ ਦੇ ਸ੍ਰੇਸ਼ਟ ਜਸ ਕਰਕੇ ਬਣ ਰਹੀ ਹੈ। ਜਿਹੜੀ ਉਹਦੀ ਉਜਲਤਾਈ ਹੈ ਬਾਣੀ ਸ਼ਬ, ਬਾਣੀ ਜਿਹੜੀ ਸਾਰਦਾ ਹੈ, ਉਜਲ ਬੁੱਧੀ ਹੈ ਜਾਂ ਵਿਦਿਆ ਦੀ ਦਾਤੀ ਹੈ, ਉਹਦੀ ਜਿਹੜੇ ਅੰਗਾਂ ਦੀ ਛਵੀ ਕਹੀਏ ਸੁੰਦਰਤਾ ਹੈ ਜੋ ਬੜੀ ਫੱਬੀ ਹੋਈ ਹੈ, ਉਹ ਕਾਹਦੇ ਕਰਕੇ? ਨਾਮ ਕਰਕੇ। ਫਿਰ ਬਾਣੀ ਦਾ ਅਰਥ ਅਗਨੀ ਵੀ ਹੈ, ਭਾਵ ਜਿਹੜੀ ਸਾਰਦਾ ਦੀ ਬਾਣੀ ਦੀ ਜਿਹੜੀ ਅੰਗਾਂ ਦੀ ਸੁੰਦਰਤਾਈ ਹੈ ਉਹ ਅਗਨੀ ਦੀ ਸੁੰਦਰਤਾਈ ਵਾਂਗ ਹੈ, ਉਜਲਤਾਈ ਹੈ। ਇਸੇ ਤਰ੍ਹਾਂ ਸ਼ੇਖ ਤਨ ਸੰਗ ਰੰਗ, ਜੋ ਸ਼ੇਸ਼ਨਾਗ ਦਾ ਤਨ ਕਹੀਏ ਜਿਹੜਾ ਕਾਲਾ ਰੰਗ ਹੈ, ਉਹ ਕਾਲੇ ਰੰਗ ਦੇ ਨਾਲ ਜੋ ਉਜਲ ਰੰਗ ਵਾਲਾ ਹੋ ਰਿਹਾ ਹੈ, ਭਾਵ ਚਿੱਟੇ ਰੰਗ ਵਾਲਾ ਹੋ ਰਿਹਾ ਹੈ, ਉਹ ਨਾਮ ਕਰਕੇ ਹੀ ਹੋ ਰਿਹਾ ਹੈ। ਨਾਮ ਕਰਕੇ ਸੋਭਾ ਪਾ ਰਿਹਾ ਹੈ। ਇੱਕ ਨਾਮ ਨੂੰ ਜਿਹੜਾ ਜਪ ਲੈਂਦੇ ਹੈ ਦੂਜੀ ਵਾਰ ਨਹੀਂ ਲੈਂਦੇ। 2000 ਨਾਮ ਇਕੱਠਾ ਇੱਕੇ ਵਾਰ 'ਚ ਜਪਦੇ ਹੈ, ਇੰਨੀ ਕਮਾਈ ਹੈ। ਉਹ ਸ਼ੇਸ਼ਨਾਗ ਦਾ ਜਿਹੜਾ ਕਾਲਾ ਰੰਗ ਹੈ, ਉਹ ਕਾਲਾ ਰੰਗ ਜਿਹੜਾ ਚਿੱਟਾ ਰੰਗ ਉਜਲ ਹੋ ਰਿਹਾ ਹੈ, ਉਹ ਭਾਈ ਨਾਮ ਦੇ ਜਸ ਕਰਕੇ ਹੈ। ਇਸੇ ਤਰ੍ਹਾਂ ਸੰਗ ਨਾਮ ਭਗਤੀ ਦਾ ਹੈ, ਭਾਵ ਸ਼ੇਸ਼ਨਾਗ ਦਾ ਜਿਹੜਾ ਸਰੀਰ ਹੈ ਉਹ ਭਗਤੀ ਦੇ ਰੰਗ ਨਾਲ ਹੀ ਜਿਹੜਾ ਹੈ ਉਜਲ ਹੋ ਰਿਹਾ ਹੈ। ਇਸ ਤਰ੍ਹਾਂ ਉਜਲਤਾਈ ਪਾਈ ਹੈ। ਗੰਗ ਕੇ ਤਰੰਗ ਸੋ ਪਤੰਗ ਕੋ ਕੇ ਗਿਆਨ ਹੈ। ਇਸੇ ਤਰ੍ਹਾਂ ਗੰਗਾ ਮਾਤਾ ਦੀਆਂ ਜੋ ਲਹਿਰਾਂ ਹੈ, ਤਰੰਗਾ ਜੋ ਗੰਗਾ ਨਦੀ ਵਿੱਚ ਉਜਲ ਹੋ ਰਹੀਆਂ, ਉਹ ਵੀ ਨਾਮ ਕਰਕੇ, ਨਾਮ ਦੇ ਸ੍ਰੇਸ਼ਟ ਕਰਕੇ ਉਜਲ ਚਿੱਟੀਆਂ ਹੋ ਰਹੀਆਂ ਹੈ। ਪਤੰਗ ਕੋ ਕਿਕਾਨ ਹੈ, ਪਤੰਗ ਕਹੀਏ ਜਿਹੜਾ ਸੂਰਜ ਹੈ ਉਹਦੀ ਜਿਹੜੀ ਸਵਾਰੀ ਹੈ ਕਿਕਾਨ ਘੋੜਾ, ਜੋ ਘੋੜਾ ਸਤਮੁਖੀਆ ਹੈ, ਉਹ ਵੀ ਚਿੱਟੇ ਰੰਗ ਦਾ ਹੈ, ਉਹ ਵੀ ਨਾਮ ਦੇ ਸ੍ਰੇਸ਼ਟ ਜਸ ਕਰਕੇ ਸੋਭਾ ਪਾ ਰਿਹਾ ਹੈ। ਲੰਬੋਦਰ ਰਦਨ ਕੀਨੋ ਧਨਖ ਮਦਨ ਚੀਨੋ। ਲੰਬੋਦਰ ਲੰਬਾ, ਉਦਰ ਭਾਵ ਜਿਹਦਾ ਪੇਟ ਲੰਬਾ ਜਿਹਾ ਹੈ, ਉਹ ਕੌਣ ਹੈ?
ਗਣੇਸ਼ ਜੀ ਦਾ ਜਿਹੜਾ ਪੇਟ ਸੀ ਗਾਂ ਨੂੰ ਵਧਿਆ ਹੋਇਆ ਸੀ ਲੰਬਾ ਜਿਹਾ, ਤੇ ਨਾਮ ਤਾਂ ਪਿਆ ਹੈ ਲੰਬੋਦਰ, ਭਾਵ ਲੰਬੇ ਪੇਟ ਵਾਲਾ। ਉਹ ਗਣੇਸ਼ ਵੀ ਕਹਿੰਦੇ ਜੋ ਗਣਾਂ ਦਾ ਈਸ਼ ਹੈ। ਉਹ ਕੌਣ ਹੈ? ਗਣੇਸ਼ ਸ਼ਿਵ ਜੀ ਭਗਵਾਨ ਦਾ ਪੁੱਤਰ। ਲੰਬੋਦਰ ਰਦਨ ਕਿਨੂੰ ਕਹਿੰਦੇ, ਉਹਦਾ ਜਿਹੜਾ ਦੰਦ ਹੈ ਚਿੱਟਾ ਹੋ ਰਿਹਾ, ਉਹ ਵੀ ਨਾਮ ਦੇ ਸ੍ਰੇਸ਼ਟ ਜਸ ਕਰਕੇ ਹੋ ਰਿਹਾ। ਉਹਨਾਂ ਵੀ ਨਾਮ ਦੀ ਹੀ ਮਹਿਮਾ ਜਾਣੀ ਸੀ। ਇੱਕ ਵਾਰ ਜਿਹੜਾ ਕਾਲਕੇ ਹੈ ਸ਼ਿਵ ਜੀ ਭਗਵਾਨ ਦਾ ਪੁੱਤਰ, ਤੇ ਉੱਥੇ ਹੋਰ ਦੇਵਤੇ ਤੇ ਜਿਹੜਾ ਗਣੇਸ਼ ਵੀ ਸੀ, ਆਪੋ ਵਿੱਚ ਹੀ ਚਰਚਾ ਚੱਲ ਗਈ ਵੀ ਕੋਈ ਕਹਿੰਦਾ ਜੀ ਮੈਂ ਮਹਾਨ ਹਾਂ, ਕੋਈ ਕਹਿੰਦਾ ਮੈਂ ਮਹਾਨ ਹਾਂ। ਅਖੀਰੀ ਕਿਹਾ ਵੀ ਸ਼ਿਵ ਭਗਵਾਨ ਸੀ ਉੱਥੇ, ਕਈ ਨਾਰਦ ਵੀ ਕਹਿੰਦੇ ਵੀ ਨਾਰਦ ਜੀ ਸੀ ਵੀ ਸਾਡਾ ਝਗੜਾ ਨਿਬੇੜੋ, ਪਰ ਸ਼ਿਵ ਭਗਵਾਨ ਸੀ ਅਸਲ ਰੂਪ ਵਿੱਚ। ਉਹਨਾਂ ਕਿਹਾ ਵੀ ਮਹਾਨ ਦਾ ਪਤਾ ਤੇ ਤਾਂ ਲੱਗੇਗਾ, ਇਹ ਜਿਹੜੀ ਸ੍ਰਿਸ਼ਟੀ ਹੈ ਨਾ, ਸਾਰੇ ਧਰਤੀ ਮੰਡਲ ਦਾ ਪਹਿਲਾਂ ਚੱਕਰ ਲਾ ਕੇ ਆਓ ਆਪੋ ਆਪਣੇ ਵਾਹਨਾਂ 'ਤੇ, ਆਪੋ ਆਪਣੀ ਸਵਾਰੀਆਂ 'ਤੇ। ਜਿਹੜਾ ਪਹਿਲਾਂ ਆ ਜਾਊਗਾ ਬਸ ਉਹੀ ਮਹਾਨ ਮੰਨਿਆ ਜਾਊਗਾ। ਇਹ ਸਾਰੇ ਜਿਹੜੇ ਅਗਨੀ ਦੇਵਤਾ, ਪੌਣ ਦੇਵਤਾ ਆਪੋ ਆਪਣੇ ਵਾਹਨਾਂ 'ਤੇ ਚਲੇ ਗਏ। ਵਾਹਨ ਕਹੀਦਾ ਜੇ ਤੇ ਸਵਾਰੀ ਕਰਦੇ ਆ। ਜਿਹੜਾ ਕਾਲਕੇ ਸੀ ਉਹ ਆਪਣੇ ਮੋਰ ਦੀ ਸਵਾਰੀ 'ਤੇ ਚਲਾ ਗਿਆ। ਇੱਧਰ ਹੁਣ ਜਿਹੜਾ ਗਣੇਸ਼ ਸੀ ਇਹ ਸੀ ਕਰਦਾ ਚੂਹੇ ਦੀ ਸਵਾਰੀ। ਇਹ ਉੱਥੇ ਹੀ ਰਹਿ ਗਿਆ ਤੇ ਇਹ ਆਪਣੀ ਮਾਤਾ ਪਾਰਵਤੀ ਨੂੰ ਕਹਿਣ ਲੱਗਾ ਕਿ ਮਾਤਾ ਦੇਖ, ਜਿਵੇਂ ਮਹਾਦੇਵ ਮੇਰੇ ਪਿਤਾ ਜੀ ਮਹਾਨ ਹੈ, ਮਹਾਦੇਵ ਹੈ, ਇਸੇ ਤਰ੍ਹਾਂ ਪੁੱਤਰ ਵੀ ਮਹਾਨ ਦੇਵ ਹੀ ਚਾਹੀਦਾ ਹੈ। ਹੁਣ ਆਪ ਜੀ ਨੂੰ ਪਤਾ ਹੈ ਕਿ ਸਾਰੇ ਦੇਵਤਿਆਂ ਦੇ ਵਾਹਨ ਬੜੇ ਤੇਜ਼ ਹੈ, ਉਹ ਤੇ ਹੋਣਗੇ ਧਰਤੀ ਦਾ ਚੱਕਰ ਲਾਉਣਗੇ, ਪਰ ਮੈਂ ਕਿਵੇਂ ਲਾਵਾਂ? ਮੇਰੀ ਤੇ ਸਵਾਰੀ ਚੂਹੇ ਦੀ ਹੈ ਤੇ ਚੂਹਾ ਕਿੰਨਾ ਕੁ ਕਿਤੇ ਨੱਠੇਗਾ, ਤੇ ਮੈਂ ਹੁਣ ਕੀ ਕਰਾਂ? ਉਹ ਫਿਰ ਪਾਰਵਤੀ ਨੇ ਕਿਹਾ ਸੀ ਕਿ ਪੁੱਤਰ ਤੇਰੇ ਪਿਤਾ ਜੀ ਮਹਾਨ ਹੈ, ਤੇ ਜੇ ਤੂੰ ਧਰਤੀ ਦਾ ਚੱਕਰ ਹੀ ਲਾਉਣਾ ਹੈ ਤੂੰ ਆਪਣੇ ਪਿਤਾ ਦੇ ਆਸੇ ਪਾਸੇ ਪਰਿਕਰਮਾ ਕਰ ਲੈ ਚੂਹੇ ਦੀ ਸਵਾਰੀ 'ਤੇ ਚੜ੍ਹ ਕੇ। ਫਿਰ ਇਸ ਨੇ ਸਾਧ ਸੰਗਤ ਜੀ ਉਹ ਰਾਮ ਦਾ ਨਾਮ ਜਪਦੇ ਹੋਏ ਨੇ ਚੂਹੇ ਦੀ ਸਵਾਰੀ 'ਤੇ ਚੜ੍ਹ ਕੇ ਗਣੇਸ਼ ਜੀ ਨੇ ਤੇ ਸ਼ਿਵ ਜੀ ਭਗਵਾਨ ਦੇ ਆਪਣੇ ਪਿਤਾ ਦੇ ਚੱਕਰ ਲਾ ਦਿੱਤੇ। ਫਿਰ ਉੱਥੇ ਬੈਠਾ ਰਿਹਾ ਕਿਉਂਕਿ ਗਿਆਤ ਕਿਤੇ ਹੈ ਨਹੀਂ ਸੀ। ਸਾਰੇ ਦੇਵਤੇ ਜਿਹੜੇ ਉਹ ਲਾ ਕੇ ਚੱਕਰ ਆਏ ਵਾਪਸ, ਤੇ ਉਹਨਾਂ ਵੇਖਿਆ ਵੀ ਗਣੇਸ਼ ਤੇ ਪਹਿਲਾਂ ਹੀ ਅੱਗੇ ਬੈਠਾ ਹੈ। ਉਹ ਆਪੋ ਵਿੱਚ ਹੀ ਸਲਾਹ ਹੋਈ ਵੀ ਗਣੇਸ਼ ਜਿਹੜਾ ਮਹਾਨ ਹੈ ਇਹਨੇ ਜਿਹੜਾ ਹੈ ਸਭ ਤੋਂ ਪਹਿਲਾਂ ਹੋ ਆਇਆ ਹੈ। ਉਹ ਕਹਿੰਦੇ ਵੀ ਤੂੰ ਕਿਵੇਂ ਹੋ ਕੇ ਆਇਆ? ਫਿਰ ਸਾਰੀ ਗੱਲ ਦੱਸੀ ਵੀ ਮੈਂ ਆਪਣੇ ਪਿਤਾ ਜੀ ਦੇ ਚੱਕਰ ਲਾ ਲਏ ਹੈ, ਆਪਣੇ ਮਾਤਾ ਪਿਤਾ ਦੇ ਚੱਕਰ ਲਾ ਲਏ, ਪਰਿਕਰਮਾ ਕਰ ਲਈ, ਇਹਦੇ ਵਿੱਚ ਸਾਰੀ ਸ੍ਰਿਸ਼ਟੀ ਆ ਜਾਂਦੀ ਹੈ। ਫਿਰ ਉਹ ਸਾਰਿਆਂ ਨੇ ਮਹਾਨ ਮਹਾਨ ਕਿਹਾ ਸੀ। ਇਹ ਤਾਂ ਹੀ ਸਾਧ ਸੰਗਤ ਜੀ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਿਕਰਮਾ ਜਿਹੜੀ ਕਰਦੇ ਹਾਂ ਉਹਦਾ ਮਤਲਬ ਬੜਾ ਕੀ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਮਾਨੋ ਬ੍ਰਹਿਮੰਡਾਂ ਦੇ ਚੱਕਰ ਲਾ ਆਉਂਦੇ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਰੂਪ ਹੈ, ਤੇ ਜਿਨ੍ਹਾਂ ਪਰਮੇਸ਼ਰ ਦੇ ਚੱਕਰ ਲਾ ਲਏ ਆ, ਭਾਵ ਪਰਿਕਰਮਾ ਕਰ ਲਈ ਹੈ, ਫਿਰ ਉਹਨਾਂ ਦਾ ਪਿੱਛੇ ਕੀ ਰਹਿ ਗਿਆ? ਸ੍ਰਿਸ਼ਟੀ ਵੀ ਉਹਦੀ ਬਣਾਈ ਹੋਈ ਹੈ, ਤੇ ਜਦੋਂ ਆਪਾਂ ਉਸ ਮਾਲਕ ਦਾ ਹੀ ਚੱਕਰ ਲਾ ਲਿਆ, ਪਰਿਕਰਮਾ ਕਰ ਲਈ, ਫਿਰ ਪਿੱਛੇ ਕੋਈ ਨਹੀਂ ਰਹਿੰਦਾ। ਤਾਂ ਜਿਹੜੀ ਪਰਿਕਰਮਾ ਕੀਤੀ ਜਾਂਦੀ ਹੈ। ਕਈ ਕਹਿੰਦੇ ਪਰਿਕਰਮਾ ਨਹੀਂ ਕਰਨੀ ਚਾਹੀਦੀ, ਇਹ ਪਰਿਕਰਮਾ ਦਾ ਮਹਾਤਮ ਹੈ ਇਹ। ਇਸੇ ਤਰ੍ਹਾਂ ਜਿਹੜਾ ਲੰਬੋਦਰ ਕਹੇ ਗਣੇਸ਼ ਦਾ ਜਿਹੜਾ ਦੰਦ ਹੈ, ਕਿਉਂਕਿ ਹਾਥੀ ਦਾ ਮੂੰਹ ਲੱਗਾ ਹੋਇਆ ਸੀ, ਜਦੋਂ ਇਹਦਾ ਸ਼ਿਵ ਜੀ ਭਗਵਾਨ ਨੇ ਤਰਸ਼ੂਲ ਮਾਰ ਕੇ ਸਿਰ ਕੱਟ ਦਿੱਤਾ ਸੀ, ਫਿਰ ਸ਼ਿਵ ਜੀ ਨੇ ਕਹਿਣੇ ਕਰਕੇ ਉਹ ਸਿਰ ਲਾਇਆ ਸੀ ਹਾਥੀ ਦਾ, ਤੇ ਹਾਥੀ ਦਾ ਜਿਹੜਾ ਸਿਰ ਲਾਇਆ ਤੇ ਉਹ ਦੰਦ ਵੀ ਹੈ। ਕਹਿੰਦੇ ਉਹ ਜਿਹੜੇ ਦੰਦ ਚਿੱਟੇ ਹੋ ਰਹੇ ਹੈ ਇਹ ਲੰਬੋਦਰ ਕਹੇ ਗਣੇਸ਼ ਦਾ ਨਾਮ ਜਪਣੇ ਕਰਕੇ ਉਜਲ ਚਿੱਟੇ ਹੋ ਰਹੇ ਹੈ। ਇਹ ਨਾਮ ਦਾ ਸ੍ਰੇਸ਼ਟ ਜਸ ਹੈ। ਚਹੁ ਬਦਨ ਕੋ ਜਾਨ ਹੈ ਤਨਖ ਮਦਨ ਚੀਨੋ। ਮਦਨ ਕਹੇ ਜਿਹੜਾ ਮਦ ਨਾ, ਜਿਹੜਾ ਹੋਸ਼ ਨਹੀਂ ਰਹਿਣ ਦਿੰਦਾ ਹੈ, ਜਿਹੜਾ ਕਾਮਦੇਵ ਹੈ। ਕਾਮਦੇਵ ਦਾ ਧਨਖ ਬਾਣ ਹੈ, 5 ਫੁੱਲ, ਜਿਹੜਾ 5 ਬਾਣ ਹੈ ਕਾਮਦੇਵ ਦੇ ਤੀਰ, ਤੇ ਉਹਦਾ ਜਿਹੜਾ ਫੁੱਲਾਂ ਦਾ ਬਾਣ ਜਾਣਿਆ ਜਾਂਦਾ ਹੈ ਉਹ ਵੀ ਭਾਈ ਚਿੱਟੇ ਰੰਗ ਦਾ ਉਜਲ ਹੀ ਜਾਣਿਆ ਜਾਂਦਾ ਹੈ, ਉਹ ਵੀ ਚਿੱਟਾ ਹੀ ਹੈ।
ਇਸੇ ਤਰ੍ਹਾਂ ਸ਼ਰੀਆ ਕੋ ਸਦਨ, ਸ਼ਰੀਆ ਕਹੀਦਾ ਹੈ ਲక్ష్ਮੀ ਨੂੰ। ਲక్ష్ਮੀ ਦਾ ਘਰ ਕਿਹੜਾ ਹੈ? ਉਹ ਹੈ ਕਵਲ ਫੁੱਲ, ਤੇ ਕਵਲ ਫੁੱਲ ਜਿਹੜਾ ਉਹ ਚਿੱਟਾ ਹੈ। ਚਿੱਟੇ ਕਵਲ ਫੁੱਲ 'ਚ ਲక్ష్ਮੀ ਦਾ ਜਿਹੜਾ ਘਰ ਹੈ ਉਹ ਵੀ ਜਿਹੜਾ ਉਜਲ ਹੋ ਰਿਹਾ ਹੈ, ਉਹ ਵੀ ਨਾਮ ਕਰਕੇ, ਕਿਉਂਕਿ ਲక్ష్ਮੀ ਮਾਤਾ ਪਰਮੇਸ਼ਰ ਦਾ ਨਾਮ ਜਪਦੀ ਹੈ, ਉਹਨੂੰ ਘਰ ਦਿੱਤਾ ਹੈ ਕਵਲ ਦਾ ਫੁੱਲ। ਇਵੇਂ ਉਹ ਉਜਲ ਹੋ ਰਿਹਾ ਹੈ ਲక్ష్ਮੀ ਦਾ ਘਰ। ਚੌ ਬਦਨ ਕੋ ਜਾਨ ਹੈ, ਜੋ ਚੌਹਾਂ ਮੁਖਾਂ ਵਾਲਾ ਹੈ ਉਹ ਕੌਣ ਹੈ? ਬ੍ਰਹਮਾ। ਤੇ ਬ੍ਰਹਮਾ ਦਾ ਜਾਣ ਕੇ ਉਹਦੀ ਸਵਾਰੀ ਕੀ ਹੈ? ਹੰਸ। ਉਹਨੂੰ ਹੰਸ ਦੀ ਸਵਾਰੀ ਦਿੱਤੀ ਹੈ ਉਹ ਪਰਮੇਸ਼ਰ ਨੇ, ਕਾਹਦੇ ਕਰਕੇ? ਨਾਮ ਜਪਣੇ ਕਰਕੇ। ਉਹ ਹੰਸ ਕੀ ਹੈ? ਚਿੱਟਾ। ਇਵੇਂ ਉਹ ਚਿੱਟਾ ਜਿਹੜਾ ਹੰਸ ਹੈ ਉਹ ਬ੍ਰਹਮਾ ਦੀ ਸਵਾਰੀ, ਉਹ ਵੀ ਨਾਮ ਕਰਕੇ ਹੀ ਹੈ। ਕਰੁਣਾ ਨਿਧਾਨ ਸ੍ਰਿਗ, ਕਰੁਣਾ ਨਿਧ ਕੌਣ ਹੈ? ਜੋ ਕਿਰਪਾ ਦਾ ਖਜ਼ਾਨਾ ਹੈ ਵਿਸ਼ਨੂੰ ਭਗਵਾਨ। ਉਹਨਾਂ ਦੀ ਸ੍ਰਿਗ ਕੀ ਜਿਹੜੀ ਮਾਲਾ ਹੈ ਉਹ ਵੀ ਚਿੱਟੀ ਹੈ, ਉਹ ਵੀ ਨਾਮ ਦੇ ਸ੍ਰੇਸ਼ਟ ਜਸ ਕਰਕੇ। ਇਸ ਤਰ੍ਹਾਂ ਭਾਈ ਕਰੁਣਾ ਨਿਧਾਨ ਵਿਸ਼ਨੂੰ ਭਗਵਾਨ ਦੀ ਜਿਹੜੀ ਵੈਜੰਤੀ ਮਾਲਾ ਉਹ ਵੀ ਚਿੱਟੇ ਰੰਗ ਦੀ ਸੋਭਾ ਵਾਲੀ ਹੋ ਰਹੀ ਹੈ। ਅੱਗੋਂ ਪੜ੍ਹ। ਜੌਨ ਕੀਨੀ ਜਾਨ ਮ੍ਰਿਗ, ਫਿਰ ਜੌਨ ਕੇ ਜਿਹੜਾ ਚੰਦਰਮਾ ਹੈ, ਜਿਸ ਨੇ ਮ੍ਰਿਗ ਹਿਰਨ ਦੀ ਜਿਹੜੀ ਹੈ ਜਾਣ ਕੇ ਸਵਾਰੀ ਕੀਤੀ ਹੋਈ ਹੈ। ਇਹ ਚੰਦਰਮਾ ਦੀ ਸਵਾਰੀ ਹੈ ਹਿਰਨ ਦੀ। ਹਿਰਨ 'ਤੇ ਬਿਰਾਜਮਾਨ ਹੁੰਦਾ ਚੰਦਰਮਾ, ਉਹਦੀ ਜਿਹੜੀ ਚਾਂਦਨੀ ਹੈ, ਰੌਸ਼ਨੀ ਹੈ, ਉਹ ਵੀ ਚਿੱਟੀ ਉਜਲ ਹੋ ਰਹੀ ਹੈ। ਨਾਮ ਦੇ ਸ੍ਰੇਸ਼ਟ ਜਸ ਕਰਕੇ ਤੇ ਸੋਭਾਇਮਾਨ ਹੋ ਰਿਹਾ ਹੈ। ਭਸਮ ਸੋ ਤੀਨ ਦ੍ਰਿਗ, ਤਿੰਨਾਂ ਨੇਤਰਾਂ ਵਾਲਾ ਸ਼ਿਵ ਜੀ, ਜਿਹੜਾ ਤਿੰਨਾਂ ਨੇਤਰਾਂ ਵਾਲਾ ਹੈ ਤੇ ਆਪਣੇ ਤੀਸਰੇ ਨੇਤਰ ਨਾਲ ਇਹ ਦੁਨੀਆ ਨੂੰ ਭਸਮ ਕਰਦਾ, ਸੰਘਾਰ ਕਰਦਾ ਹੈ। ਇਸੇ ਤਰ੍ਹਾਂ ਹੀ ਤੀਨ ਦ੍ਰਿਗ ਭਾਵ ਜੋ ਤਿੰਨਾਂ ਨੇਤਰਾਂ ਵਾਲਾ ਹੈ ਸ਼ਿਵ ਜੀ, ਜਿਸ ਨੇ ਆਪਣੇ ਸਰੀਰ ਦੇ ਉੱਪਰ ਭਸਮ ਲਾਈ ਹੋਈ ਹੈ, ਵਿਭੂਤੀ ਵਾਲੀ ਹੋਈ ਹੈ, ਉਹ ਵੀ ਚਿੱਟੀ ਹੈ ਤੇ ਉਜਲ ਹੋ ਰਹੀ ਹੈ। ਕਾਹਦੇ ਕਰਕੇ? ਹੈ ਤੇ ਭਾਵੇਂ ਸਵਾ ਹੀ ਹੈ, ਪਰ ਨਾਮ ਦੀ ਕਮਾਈ 88,000 ਵਾਰਾ ਇੱਕ ਲੱਤ 'ਤੇ ਕਰਦੇ ਹੈ ਭਗਤੀ, ਜਿਹਦੇ ਕਰਕੇ ਉਹ ਸਵਾ ਵੀ ਜਿਹੜੀ ਪਵਿੱਤਰ ਹੈ। ਇਸ ਕਰਕੇ ਤੀਨ ਦ੍ਰਿਗ ਸੋ ਭਸਮ, ਜਿਹੜਾ ਤਿੰਨਾਂ ਨੇਤਰਾਂ ਵਾਲਾ ਹੈ ਸ਼ਿਵ ਜੀ ਭਗਵਾਨ, ਉਹਦੇ ਸਰੀਰ 'ਤੇ ਜਿਹੜੀ ਭਸਮ ਲੱਗੀ ਹੋਈ ਹੈ ਉਹ ਵੀ ਚਿੱਟੀ ਉਜਲ ਹੋ ਰਹੀ ਹੈ ਨਾਮ ਦੇ ਸ੍ਰੇਸ਼ਟ ਜਸ ਕਰਕੇ। ਸੁਦਾ ਸੁਰ ਪਾਨ ਹੈ, ਦੇਵਤੇ ਜਿਹੜੇ ਪੀਣਾ ਕਰਦੇ ਆ ਸੁਦਾ ਕਹੀਏ ਅੰਮ੍ਰਿਤ, ਉਹ ਅੰਮ੍ਰਿਤ ਵੀ ਐ ਚਿੱਟਾ ਉਜਲ ਹੈ। ਮਨ ਕੀਨ ਮੁਨੀ ਸਤੋ ਗੁਣ ਚੀਨ ਲੀਨੋ ਗੁਣੀ, ਫਿਰ ਮੁਨੀ ਜਨਾਂ ਨੇ ਜਿਹੜਾ ਆਪਣਾ ਮਨ ਹੈ ਉਹਨੂੰ ਉਜਲ ਕੀਤਾ ਹੋਇਆ ਹੈ, ਭਾਵ ਵਿਕਾਰ ਛੱਡੇ ਹੋਏ ਆ ਤੇ ਨਾਮ ਦੇ ਸ੍ਰੇਸ਼ਟ ਜਸ ਕਰਕੇ ਉਹਨੂੰ ਉਜਲ ਕੀਤਾ, ਸਤੋ ਗੁਣ ਨੂੰ ਧਾਰਨ ਕੀਤਾ ਹੈ। ਸਤੋ ਗੁਣੀ ਦਹਿਲੀ ਦੀਪਕ ਇੱਥੇ ਦੋਵੇਂ ਪਾਸੇ ਲੱਗਦਾ ਹੈ। ਸਤੋ ਗੁਣੀ ਨੂੰ ਧਾਰਨ ਕੀਤਾ ਮਨ ਵਿੱਚ ਮੁਨੀਆਂ ਨੇ, ਉਜਲ ਕੀਤਾ, ਚਿੱਟਾ ਉਹਨਾਂ ਦਾ ਮਨ ਹੋ ਰਿਹਾ ਹੈ। ਫਿਰ ਚੀਨ ਲੀਨੋ ਗੁਣੀ, ਗੁਣੀ ਜਿਨ੍ਹਾਂ ਨੇ ਤ੍ਰੈ ਗੁਣਾਂ ਦੀ ਵਿਚਾਰ ਕਰਨ ਵਾਲਾ ਜੋ ਹੋਵੇ ਉਹ ਹੁੰਦਾ ਹੈ ਗੁਣੀ। ਰਜੋ ਗੁਣ, ਸਤੋ ਗੁਣ, ਤਮੋ ਗੁਣ, ਭਾਵ ਜਿਹੜਾ ਤਿੰਨਾਂ ਗੁਣਾਂ ਨੂੰ ਜਾਣਦਾ ਹੈ ਵੀ ਮੈਂ ਇਸ ਵਕਤ ਰਜੋ ਗੁਣੀ ਹਾਂ ਕਿ ਤਮੋ ਗੁਣੀ ਹਾਂ ਕਿ ਸਤੋ ਗੁਣੀ ਹਾਂ। ਤਿੰਨਾਂ ਗੁਣਾਂ ਨੂੰ ਜਾਣਨ ਵਾਲਾ ਜੋ ਗੁਣੀ ਪੁਰਸ਼ ਹੈ ਤੇ ਉਹਨਾਂ ਨੇ ਵੀ ਇਵੇਂ ਸਤੋ ਗੁਣੀ, ਸਤੋ ਗੁਣ ਨੂੰ ਧਾਰਨ ਕਰਕੇ ਜਿਸ ਨੂੰ ਉਜਲ ਜਾਣਿਆ ਹੈ, ਐਵੇਂ ਉਹ ਸਤੋ ਗੁਣ ਨੂੰ ਉਜਲ ਜਾਣ ਕੇ ਧਾਰਨ ਕੀਤਾ ਹੋਇਆ ਹੈ ਗੁਣੀ ਪੁਰਸ਼ਾਂ ਨੇ। ਸਤੋ ਗੁਣ ਹੁੰਦਾ ਜਿਹਦੇ ਵਿੱਚ ਗਿਆਨ ਹੀ ਗਿਆਨ ਹੁੰਦਾ ਹੈ। ਨਾਮ ਕੇ ਸੋ ਜਸ ਤੇ ਇਹ ਸਭੈ ਸੋਭਾਵਾਨ ਹੈ। ਇਹ ਜਿੰਨੇ ਉੱਤੇ ਭਾਈ ਉਪਰੋਕਤ ਦੱਸੇ ਹੋਏ ਹੈ ਨਾਮ, ਇਹ ਨਾਮ ਦੇ ਸ੍ਰੇਸ਼ਟ ਜਸ ਕਰਕੇ ਇਹ ਸਾਰੇ ਜਿਨ੍ਹਾਂ ਦੇ ਨਾਮ ਦੱਸੇ ਹੈ ਇਹ ਭਾਈ ਸੋਭਾ ਵਾਲੇ ਹੋ ਰਹੇ ਹੈ, ਉਜਲ ਚਿੱਟੇ ਹੋ ਰਹੇ ਹਨ। ਕਾਹਦੇ ਕਰਕੇ? ਇੱਕ ਨਾਮ ਦੇ ਸ੍ਰੇਸ਼ਟ ਜਸ ਕਰਕੇ। ਕਬਿਤ ਤਾਤ ਸੁਤ ਮਾਤ ਹੇਤੂ ਸੋਦਰ ਸਹੋਦਰੀ ਸੋ। ਹੁਣ ਕਵੀ ਸਾਹਿਬ ਜੀ ਨਾਮ ਦੀ ਮਹਿਮਾ ਕਰਕੇ ਆਪਣੇ ਮਨ ਨੂੰ ਸੰਬੋਧਨ ਕਰ ਰਹੇ ਹਨ।
ਆਪਣੇ ਮਨ ਤੋਂ ਭਾਵ ਸਾਨੂੰ ਵੀ ਇਹ ਸੰਬੋਧਨ ਕਰ ਰਹੇ ਹੈ ਕਿ ਆਪਣੇ ਮਨ ਨੂੰ ਅਸੀਂ ਵੀ ਇਸੇ ਤਰ੍ਹਾਂ ਕਹੀਏ। ਕਹਿ ਰਹੇ ਹੈ, ਹੇ ਮੇਰੇ ਮਨ, ਆ ਤਾਤ ਜਿਹੜਾ ਪਿਓ ਹੈ, ਜਿਹੜਾ ਪੁੱਤਰ ਹੈ, ਆ ਜਿਹੜੀ ਮਾਂ ਹੈ, ਆ ਜਿਹੜਾ ਹਿੱਤ ਕਰਨ ਵਾਲੇ ਮਿੱਤਰ ਸੱਜਣ ਹੈ, ਯਾਰ ਬੇਲੀ ਹੈ, ਸੋਦਰ ਕਹੀਏ ਜਿਹੜਾ ਇੱਕੇ ਮਾਂ ਦੇ ਪੇਟ ਤੋਂ ਹੋਇਆ ਹੋਵੇ ਉਹਨੂੰ ਕਹੀਦਾ ਸੋਦਰ, ਭਾਵ ਭਰਾ। ਇਹ ਜਿਹੜਾ ਭਰਾ ਹੈ, ਹੇ ਮੇਰੇ ਮਨ, ਤੇ ਆ ਜਿਹੜੀ ਭੈਣ ਹੈ, ਮੋਦ ਮੈਂ ਕਸ਼ੋਦਰੀ ਸੋ ਗਾਡੋ ਲਪਟਾਇਓ ਹੈ। ਹੇ ਮੇਰੇ ਮਨ, ਤੂੰ ਕਸ਼ੋਦਰੀ ਜਿਹੜੀ ਪਤਲੇ ਕੱਟ ਵਾਲੀ ਹੈ, ਭਾਵ ਵਹੁਟੀ ਜਿਹੜੀ ਇਸਤਰੀ ਹੈ, ਇਹਦੇ ਖੁਸ਼ੀ ਦੇ ਵਿੱਚ, ਆਨੰਦ ਵਿੱਚ ਤੂੰ ਤੇ ਗਾੜਾ ਲਪਟਿਆ ਹੋਇਆ ਹੈ। ਆ ਮੇਰਾ ਪੁੱਤ ਹੈ, ਆ ਮੇਰੀ ਮਾਂ ਹੈ, ਆ ਮੇਰਾ ਜੀ ਬੜਾ ਮਿੱਤਰ ਹੈ, ਆ ਮੇਰਾ ਭਰਾ, ਆ ਮੇਰੀ ਭੈਣ। ਹੇ ਮੇਰੇ ਮਨ, ਕੀ ਤੂੰ ਇਹ ਪਰਿਵਾਰ ਤੇ ਇਸਤਰੀ ਦੇ ਆਨੰਦ ਵਿੱਚ ਹੀ ਆ ਗਾੜਾ ਹੀ ਚੰਬੜਿਆ ਹੋਇਆ, ਫਸਿਆ ਹੋਇਆ ਹੈ। ਮਤ ਜੇ ਮਤੰਗ ਜਵੀ ਚੰਚਲ ਤੁਰੰਗ ਬ੍ਰਿੰਦ। ਤੇ ਹੇ ਮੇਰੇ ਮਨ, ਆ ਜਿਹੜਾ ਮਸਤੇ ਹੋਏ ਹਾਥੀ ਹੈ, ਬੜੀ ਮਸਤੀ ਚਾਲ ਚੱਲਣ ਵਾਲੇ ਹੈ। ਫਿਰ ਜਵੀ ਕਹੀਏ ਜਿਹੜੇ ਬੜੇ ਤਿੱਖੇ ਤੇਜ਼ ਤਰਾਰੇ, ਤੇਜ਼ ਚਾਲ ਚੱਲਣ ਵਾਲੇ, ਬੜੇ ਚੰਚਲ ਆ ਘੋੜਿਆਂ ਦਾ ਸਮੂਹ ਹੈ। ਅਨੀ ਚਤੁਰੰਗਨੀ ਸੋ ਰਿਦਾ ਹੁਲਸਾਇਓ ਹੈ। ਚਾਰ ਤਰ੍ਹਾਂ ਦੀ ਆਪਣੀ ਅਨੀ ਕਹੀਏ ਫੌਜ ਨੂੰ ਵੇਖ ਕੇ ਕੀ ਤੂੰ ਆਪਣਾ ਜਿਹੜਾ ਹਿਰਦਾ ਹੈ ਆ ਹੁਲਸਾਇਆ ਹੈ, ਬੜਾ ਖੁਸ਼ ਕਰ ਰਿਹਾ ਹੈ। ਇਹ ਆਪਣੀ ਫੌਜ ਵੇਖ ਕੇ, ਆਪਣਾ ਪਰਿਵਾਰ ਵੇਖ ਕੇ ਕੀ ਤੂੰ ਇੰਨਾ ਖੁਸ਼ ਹੋ ਰਿਹਾ ਹੈ। ਹੇ ਮੇਰੇ ਮਨਾ, ਆਥ ਨਿਤ ਹਾਥ ਚਾਹੈ ਜਨਮ ਅਕਾਥ ਖੋਤ। ਤੂੰ ਇੰਨਾ ਬੇਈਮਾਨ ਹੈ। ਆਥ ਕਹੀ ਜਿਹੜੀ ਮਾਇਆ ਤੂੰ ਹਮੇਸ਼ਾ ਚਾਹੁੰਦਾ ਆਪਣੇ ਹੱਥ ਵਿੱਚ, ਤੂੰ ਸਦਾ ਹੀ ਚਾਹੁੰਦਾ ਮੈਨੂੰ ਪੈਸਾ ਇੱਧਰੋਂ ਹੀ ਵੱਜ ਜੇ, ਮੈਨੂੰ ਪੈਸਾ ਇੱਧਰੋਂ ਹੀ ਵੱਜ ਜੇ, ਪਰ ਜਨਮ ਤੂੰ ਜਿਹੜਾ ਵਿਅਰਥ ਗਵਾਈ ਜਾ ਰਿਹਾ ਹੈ, ਤੈਨੂੰ ਉੱਧਰ ਕੋਈ ਧਿਆਨ ਨਹੀਂ ਹੈ। ਬੀਤ ਜਾ ਹੈ, ਬੀਤ ਜਾ ਹੈ ਜਨਮ ਅਕਾਜ ਰੇ। ਹੇ ਮੇਰੇ ਮਨ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਪਰ ਨਿੰਦਾ ਰਸ ਰਚਿਓ ਰਾਮ ਭਗਤ ਨਹਿ ਕੀਨੀ। ਪਰਮੇਸ਼ਰ ਦੀ ਭਗਤੀ ਵੱਲ ਤੇ ਕਿਤੇ ਤੂੰ ਮੁੜਦਾ ਹੀ ਨਹੀਂ ਹੈ। ਅੰਤ ਕੋ ਨਾ ਸਾਥ ਮਨ ਜਾਂ ਸੋ ਡਹਕਾਇਓ ਹੈ। ਇਹ ਮੇਰੇ ਮਨ, ਇੱਕ ਗੱਲ ਤੂੰ ਸੁਣ ਲਾ, ਜਦੋਂ ਅੰਤ ਦਾ ਸਮਾਂ ਆਉਣਾ ਹੈ ਤੇ ਅੰਤ ਸਮੇਂ ਤੇਰੇ ਨਾਲ ਨਾ ਤੇਰੀ ਫੌਜ ਹੋਣੀ ਹੈ, ਨਾ ਤੇਰਾ ਪੁੱਤ ਹੋਣਾ ਹੈ, ਨਾ ਤੇਰੀ ਮਾਂ, ਨਾ ਤੇਰੇ ਭਰਾ, ਨਾ ਸੱਜਣ, ਨਾ ਘਰ ਵਾਲੀ। ਇਹਨਾਂ ਕਿਸੇ ਨਾਲ ਨਹੀਂ, ਤੇਰੇ ਨਾਲ ਨਹੀਂ ਜਾਣਾ ਹੈ। ਡਹਿਕਾਇਓ, ਇਹ ਜਿਨ੍ਹਾਂ ਨੇ ਤੈਨੂੰ ਛਲਾਇਆ ਹੋਇਆ ਹੈ, ਇਹ ਮਾਇਆ ਨੇ ਤੈਨੂੰ ਛਲਿਆ ਹੋਇਆ ਹੈ। ਤੇਰਾ ਬਿਰਥਾ ਜਨਮ ਗਵਾ ਰਹੀ ਹੈ, ਤੈਨੂੰ ਨਸ਼ਟ ਕਰ ਰਹੀ ਹੈ। ਇਹ ਵੇਖ ਲੈ, ਅੰਤ ਨੂੰ ਤੇਰੇ ਨਾਲ ਕਿਸੇ ਨਹੀਂ ਹੋਣਾ ਹੈ। ਇਹਦੇ ਮਾਇਆ ਇਹੋ ਜਿਹੀ ਹੈ, ਮਾਇਆ ਮਾਇਆ ਕਰ ਮੋਏ, ਮਾਇਆ ਕਿਸੇ ਨਾਲ ਸਾਥ। ਹੰਸ ਚੱਲੈ ਉਠ ਡੁੰਮਣੋ, ਮਾਇਆ ਭੂਲੀ ਆਥ। ਇਹ ਹੰਸ ਜਿਹੜਾ ਜੀਵ ਆਤਮਾ ਹੈ, ਇਹ ਉੱਠ ਕੇ ਨਿੰਮੂ ਝਾਣਾ ਹੋ ਕੇ ਇੱਕ ਦਿਨ ਨਿਕਲ ਜਾਂਦਾ ਸਰੀਰ ਵਿੱਚੋਂ, ਤੇ ਮਾਇਆ ਭੂਲੀ ਆਥ। ਇਹ ਮਾਇਆ ਸਾਰੀ ਭੁੱਲ ਜਾਂਦੀ ਜੀਵ ਆਤਮਾ ਨੂੰ। ਮਨ ਝੂਠਾ ਜਮ ਜੋਹਿਆ, ਅਵਗੁਣ ਚੱਲੈ ਨਾਲ। ਇਹ ਜਿਹੜਾ ਮਨ ਝੂਠਾ ਸੀ, ਜਿਹਨੇ ਆਪਣੇ ਪਿੱਛੇ ਲਾ ਕੇ ਤੇ ਰੱਖ ਛੱਡਿਆ, ਹੁਣ ਜਦੋਂ ਜਮ ਤੰਗ ਕਰਦਾ ਤੇ ਔਖਾ ਹੁੰਦਾ ਹੈ। ਉਹ ਜਿਹੜੇ ਔਗਣ ਕੀਤੇ ਸੀ ਮਾਇਆ ਕਰਕੇ ਉਹ ਨਾਲ ਚਲੇ ਗਏ। ਪਰ ਗੁਰੂ ਸਾਹਿਬ ਜੀ ਕਹਿੰਦੇ, ਮਨ ਮਹਿ ਮਨ ਉਲਟੋ ਮਰੈ, ਜੇ ਗੁਣ ਹੋਵੇ ਨਾਲ। ਗੁਰਮੁਖ ਜੇ ਹੋਵੇ ਤੇ ਉਹ ਮਨ ਦੇ ਵਿੱਚ ਉਲਟਾ ਮਨ ਨੂੰ ਮਾਰ ਦਿੰਦਾ ਹੈ, ਜੇ ਪਰ ਗੁਣ ਨਾਲ ਹੋਣ ਤੇ ਤਾਂ ਕਰਕੇ। ਨਹੀਂ ਤੇ ਮਨ ਦੇ ਪਿੱਛੇ ਲਾ ਕੇ ਬੰਦਾ ਜਿਹੜਾ ਬਰਬਾਦ ਹੋ ਜਾਂਦਾ ਹੈ। ਇੱਥੇ ਕਹਿ ਰਹੇ ਕਵੀ ਜੀ ਕਿ ਵੇਖ ਮਨ, ਇਹ ਜਿੰਨਾ ਪਿੱਛੇ ਤੂੰ ਲੱਗਾ ਹੋਇਆ ਤੇ ਚਾਹੁੰਦਾ ਵੀ ਰਾਤ ਦਿਨ ਮੈਨੂੰ ਪੈਸਾ ਹੀ ਪੈਸਾ ਇਕੱਠਾ ਹੋ ਜੇ, ਤੇ ਅੰਤ ਨੂੰ ਵੇਖ ਲਈਏ ਤੇਰੇ ਨਾਲ ਨਹੀਂ ਜਾਣਾ ਹੈ, ਤੇਰੇ ਨਾਲ ਨਹੀਂ ਹੋਣਾ। ਹੋਣ ਤੇ ਤੂੰ ਕਹਿਣਾ ਨਾ, ਸੰਚਿਤ ਸੰਚਿਤ ਥੈਲੇ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ। ਰਾਤ ਦਿਨ ਤੂੰ ਪਰੇਸ਼ਾਨੀਆਂ ਝੇਲਦਾ ਹੈ, ਫਿਰ ਤੂੰ ਮਰ ਜਾਣਾ ਹੈ। ਮਹਾਰਾਜ ਕਹਿੰਦੇ ਉਸ ਤੋਂ ਖੋ ਕੇ ਕਿਸੇ ਹੋਰ ਨੂੰ ਦੇ ਦਿੰਦਾ। ਭਾਵ ਜਿਹਨੇ ਕਮਾਈ ਕੀਤੀ ਉਹ ਮਰ ਜਾਂਦਾ ਹੈ,
ਗਾਂ ਧੀਆਂ ਪੁੱਤ ਉਹ ਮਾਲਕ ਬਣ ਕੇ ਬਹਿ ਜਾਂਦੇ ਹੈ। ਤੇਵੇਂ ਅੰਤ ਨੂੰ ਸਾਥ ਹੈ ਮਨ ਤੇਰੇ ਨਾਲ ਇੰਨਾ ਜਾਣਾ ਨਹੀਂ ਹੈ ਜਿਨ੍ਹਾਂ ਨੇ ਤੈਨੂੰ ਆ ਛਲਿਆ ਹੋਇਆ, ਤੈਨੂੰ ਨਸ਼ਟ ਕੀਤਾ ਹੋਇਆ ਹੈ। ਕੂੜ ਹੈ ਰੇ ਕੂੜ ਮਨ ਮੂੜ ਲਗ ਨਾਮ ਰੂੜ। ਇਹ ਮੇਰੇ ਮਨ ਇਹ ਝੂਠ ਹੈ, ਇਹ ਝੂਠ ਹੈ। ਤੇ ਮੂਰਖ ਮਨਾ ਉਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਰੂੜ ਕੇ ਸੁੰਦਰ, ਤੂੰ ਉਹਦੇ ਨਾਲ ਲੱਗ ਜਾ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਜੋ ਬੜਾ ਸੁੰਦਰ ਹੈ, ਬੜਾ ਗੋਜ ਹੈ, ਬੜਾ ਗਹਿਰ ਗੰਭੀਰ ਹੈ, ਐਸਾ ਉੱਚੇ ਪਰਮੇਸ਼ਰ ਨਾਲ ਹੈ ਮੇਰੇ ਮਨ ਤੂੰ ਲੱਗ ਜਾ। ਇਹ ਇੱਦਾਂ ਦਾ ਹੈ ਸੰਸਾਰ ਕਿ ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹ ਦੁਨੀਆ ਦਾ ਜਿਹੜਾ ਗੁਮਾਨ ਹੈ, ਤੇਰੀ ਵਡਿਆਈ ਹੈ ਝੂਠੀ ਹੈ। ਉਹ ਪਰਮੇਸ਼ਰ ਦਾ ਨਾਮ ਖੂਬ ਉੱਤਮ ਹੈ, ਉਹਨੂੰ ਤੂੰ ਜਪ ਲਾ। ਤੇ ਤੈਨੂੰ ਦੱਸ ਦਿੰਦੇ ਆ ਕਿ ਤੋ ਤਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਨ ਤ੍ਰਿਆ ਭਜ ਜਾ ਹੈ। ਪੁੱਤਰ ਕਲਤਰ ਸੋ ਮਿੱਤਰ ਸਖਾ, ਇਹ ਬੇਗ ਨਿਕਾਰ ਹੋ ਆਇਸਦਾ ਹੈ। ਭੌਣ ਭੰਡਾਰ ਧਰਾਗੜ ਜੇਤਕ, ਛਾੜਤ ਪ੍ਰਾਨ ਵਿਗਾਨ ਕਹਿ ਹੈ। ਚੇਤਰੇ ਚੇਤ ਅਚੇਤ ਮਹਾਪਸ, ਅੰਤ ਕੀ ਬਾਰੇ ਕੇ ਲੋਈ ਜਾ ਹੈ। ਹੇ ਮੇਰੇ ਮਨ, ਇਹ ਜਿਹੜੇ ਤੇਰੇ ਨੇੜੇ ਰਹਿੰਦੇ ਨਾ ਬਹੁਤੇ, ਇਹੋ ਮੁੜ ਕੇ ਆਗਿਆ ਦੇਣਗੇ ਵੀ ਟਾਈਮ ਬੜਾ ਹੋ ਰਿਹਾ, ਛੇਤੀ ਕਰੋ। ਤੇ ਜਿਹੜੇ ਤੂੰ ਭੌਣ ਆ ਘਰ ਭਰਦਾ ਫਿਰਦਾ ਹੈ, ਭੰਡਾਰੇ ਭਰਦਾ ਫਿਰਦਾ ਹੈ, ਜ਼ਮੀਨ 'ਤੇ ਆਪਣਾ ਮਾਣ ਜਤਾਉਣਾ ਹੈ, ਇਹ ਸਾਰੇ ਤੈਨੂੰ ਬਗਾਨੀ ਹੋ ਜੂਗੀ। ਇਹ ਜ਼ਮੀਨ ਤੈਨੂੰ ਬਗਾਨਾ ਕਹੂਗੀ, ਮਾਲਕ ਆਪਣਾ ਹੋਰ ਲੱਭ ਲੂਗੀ। ਇਸ ਕਰਕੇ ਚੇਤਰੇ ਚੇਤ ਅਚੇਤ ਮਹਾਪਸ, ਅੰਤ ਕੀ ਬਾਰ ਅਕੇਲੋ ਹੀ ਜਾ ਹੈ। ਅੰਤ ਕੀ ਬਾਰ ਪਰਮੇਸ਼ਰ ਦਾ ਨਾਮ ਹੀ ਜਾਵੇਗਾ। ਹੇ ਮੇਰੇ ਮੂਰਖ ਮਨਾ, ਇਹ ਝੂਠ ਹੈ ਜੋ ਵੇਖ ਰਿਹਾ ਹਾਂ, ਇਹ ਝੂਠ ਹੈ ਜੋ ਵੇਖ ਰਿਹਾ ਹਾਂ। ਉਹ ਪਰਮੇਸ਼ਰ ਦੇ ਸੁੰਦਰ ਨਾਮ ਵਿੱਚ ਲੱਗ ਜਾ ਤੂੰ। ਸਾਚੇ ਕੋ ਬਨਾਇਓ ਤਾਤੇ, ਸਾਚੋ ਸੋ ਸਹਾਇਓ ਹੈ। ਜੇ ਤੂੰ ਇਹ ਕਵੇਂ ਹੇ ਮਨਾ, ਜੇ ਤੂੰ ਇਹ ਬੋਲੇ ਮੈਂ ਕੀ ਕਰਾਂ, ਇਹ ਜੋ ਕੁਝ ਦਿਖ ਰਿਹਾ ਮੈਨੂੰ ਸੱਚਾ ਹੀ ਦਿਸ ਰਿਹਾ ਹੈ। ਤੁਸੀਂ ਕਹਿੰਦੇ ਹੋ ਝੂਠ ਹੈ ਤੇ ਸੱਚਾ ਹੈ। ਕਹਿੰਦੇ ਹੈ ਇਹ ਭਾਈ ਸੱਚਾ ਤਾਂ ਹੈ ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਇਹ ਸੱਚੇ ਨੇ ਬਣਾਇਆ ਹੈ, ਜਿਸ ਕਰਕੇ ਤੈਨੂੰ ਸੱਚਾ ਹੀ ਭਾਸ ਰਿਹਾ ਹੈ। ਇਹ ਸੱਚਾ ਨਹੀਂ ਹੈ, ਉਹ ਮਾਲਕ ਸੱਚਾ ਹੈ ਜਿਹਨੇ ਬਣਾਇਆ, ਜਿਹਦੇ ਕਰਕੇ ਤੈਨੂੰ ਹੇ ਮੇਰੇ ਮਨ ਇਹ ਸੱਚਾ ਹੀ ਦਿਸ ਰਿਹਾ ਹੈ। ਕਬਿਤ ਬਾਜੀਗਰ ਜੈਸੀ ਬਾਜੀ, ਮਾਇਆ ਕੀ ਕਨਾਤ ਸਾਜੀ। ਕਿਵੇਂ ਝੂਠ ਹੈ, ਮਨ ਕਹਿੰਦਾ ਹੈ ਕਿਵੇਂ ਝੂਠ, ਕੋਈ ਪ੍ਰਮਾਣ ਅੱਗੋਂ ਪ੍ਰਮਾਣ ਦੇ ਕੇ ਕਵੀ ਜੀ ਨੇ ਗੁਰਬਾਣੀ ਆਧਾਰ ਤੇ ਵਿਦਾਂਤ ਮਤ ਆਧਾਰ ਤੇ ਸਮਝਾਇਆ ਹੈ। ਕਹਿੰਦੇ ਬਾਜੀਗਰ ਜੈਸੇ ਬਾਜੀ, ਜਿਵੇਂ ਬਾਜੀਗਰ ਹੁੰਦਾ ਨਾ ਖੇਲ ਤਮਾਸ਼ਾ ਵਿਖਾਉਣ ਵਾਲਾ, ਤੇ ਉਹ ਮਾਇਆ ਭਾਵ ਮਾਇਆ ਜੀ ਰਚ ਕੇ ਤੇ ਇੱਕ ਕਨਾਦ ਸਾਜਦਾ ਹੈ ਬਾਜੀ ਪਾਉਣ ਵਾਸਤੇ। ਕਨਾਦ ਕਹੀਏ ਇੱਕ ਪਰਦਾ ਕਰਦਾ, ਖੇਲ ਵਿਖਾਉਣ ਵਾਲਾ ਪਰਦਾ ਕਰਕੇ ਤੇ ਪਿੱਛੋਂ ਕੀ ਕਰਦਾ ਹੈ, ਕਦੀ ਉਹ ਰਾਜਾ ਬਣ ਕੇ ਆ ਜਾਂਦਾ ਹੈ, ਕਦੀ ਉਹ ਚੋਰ ਬਣ ਕੇ ਆ ਜਾਂਦਾ ਹੈ, ਕਦੀ ਉਹ ਭਿਖਾਰੀ ਬਣ ਕੇ ਆ ਜਾਂਦਾ ਹੈ। ਆਪਾਂ ਨਾਟਕ ਇੱਕ ਤੇ ਟੀਵੀਆਂ 'ਚ ਵੇਖਦੇ ਹਾਂ, ਇੱਕ ਆਪਾਂ ਜਾਦੂਗਰ ਸਾਹਮਣੇ ਵੇਖਦੇ ਕਿੱਦਾਂ ਕਿੱਦਾਂ ਉਹ ਬਣ ਕੇ ਆਉਂਦੇ ਹੈ ਮਦਾਰੀ ਲੋਕ। ਉਹ ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਮਾਇਆ ਜੀ ਰਚ ਕੇ ਕਨਾਤ ਕਹੀਏ ਪਰਦਾ ਲਾ ਕੇ ਤੂੰ ਆਪਣਾ ਖੇਲ ਵਿਖਾਉਂਦਾ ਹੈ। ਇਸੇ ਤਰ੍ਹਾਂ ਬਾਜੀਗਰ ਜੈਸੀ ਬਾਜੀ, ਮਾਇਆ ਕੀ ਕਨਾਤ ਸਾਜੀ। ਜਿਵੇਂ ਬਾਜੀਗਰ ਨੇ ਉਹ ਬਾਜੀ ਪਾਉਣ ਵਾਸਤੇ ਕਨਾਤ ਸਾਜਦਾ ਹੈ, ਇਸੇ ਤਰ੍ਹਾਂ ਭਾਈ ਉਹ ਪਰਮੇਸ਼ਰ ਕੀ ਹੈ ਬਾਜੀਗਰ। ਉਹ ਬਾਜੀਗਰ ਬਣ ਕੇ ਉਹਨੇ ਬਾਜੀ ਪਾਈ ਹੋਈ ਹੈ ਤੇ ਮਾਇਆ ਰੂਪੀ ਉਹਨੇ ਕਨਾਦ ਸਾਜੀ ਹੋਈ ਹੈ, ਭਾਵ ਮਾਇਆ ਦਾ ਉਹਨੇ ਪਰਦਾ ਅੱਗੇ ਕੀਤਾ ਹੋਇਆ ਹੈ ਤੇ ਰੂਪ ਵੱਖੋ ਵੱਖਰੇ ਧਾਰ ਕੇ ਆ ਰਿਹਾ ਹੈ, ਕਦੀ ਕੋਈ ਸਰੀਰ ਕਦੀ ਕੋਈ ਸਰੀਰ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਮਦਾਰੀ ਸਾਰਾ ਖੇਲ ਵਿਖਾ ਕੇ ਨਾ ਤੇ ਆਪਣਾ ਬੋਰੀਆ ਬਿਸਤਰਾ ਜਦੋਂ ਬੰਨ੍ਹ ਲੈਂਦਾ ਹੈ
ਥੰਮਿਓ ਪਸਾਰਾ, ਖੇਡ ਆਪਣਾ ਥੰਮ ਲੈਂਦਾ, ਬੰਦ ਕਰ ਲੈਂਦਾ ਹੈ, ਤੇ ਉੱਥੇ ਕੌਣ ਹੁੰਦਾ ਹੈ? ਕੋਈ ਨਹੀਂ ਹੁੰਦਾ। ਭਾਵ ਮਦਾਰੀ ਇਕੱਲਾ ਹੁੰਦਾ ਹੈ। ਜਿਹੜਾ ਮਦਾਰੀ ਕਦੀ ਰਾਜਾ ਬਣਿਆ ਸੀ, ਕਦੀ ਭਿਖਾਰੀ ਬਣਿਆ ਸੀ, ਜਿਹਨੂੰ ਆਪਾਂ ਕਿੰਨੇ ਰੂਪਾਂ ਵਿੱਚ ਵੇਖਿਆ, ਜਦੋਂ ਖੇਲ ਖਤਮ ਤੇ ਰਹਿ ਗਿਆ ਇਕੱਲਾ ਉਹ ਬਾਜੀਗਰ ਬੰਦਾ ਹੀ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹਨੇ ਨਾਨਾ ਰੂਪ ਇਹ ਸਰੀਰ ਧਾਰਨ ਕੀਤੇ ਹੈ, ਜੰਤੂਆਂ ਦੇ, ਪਸ਼ੂਆਂ ਦੇ, ਸਮੁੰਦਰਾਂ ਦੇ, ਨਦੀਆਂ ਦੇ, ਉਹ ਪਰਮਾਤਮਾ ਨੇ ਧਾਰਨ ਕੀਤੇ ਰੂਪ। ਪਰ ਜਦੋਂ ਥੰਮ ਲੈਂਦਾ ਪਸਾਰਾ, ਇਹ ਧਰਤੀ ਮੰਡਲ ਬ੍ਰਹਿਮੰਡ ਆਪਣੇ ਵਿੱਚ ਸਮਾ ਲੈਂਦਾ ਤੇ ਰਹਿ ਗਈ ਜਾਂਦਾ ਮਗਰ ਤਬ ਇੱਕੋ ਏਕ ਓਂਕਾਰ ਆ, ਇੱਕੋ ਹੀ ਪਰਮਾਤਮਾ ਹੀ ਰਹਿ ਜਾਂਦਾ ਹੈ। ਕਵੀ ਸਾਹਿਬ ਜੀ ਕਹਿ ਰਹੇ ਹੈ, ਜੇ ਤੂੰ ਮੇਰੇ ਮਨ ਕਵੇਂ ਵੀ ਮੈਂ ਕੀ ਕਰਾਂ, ਇਹ ਜੋ ਦਿਖ ਰਿਹਾ ਹੈ ਇਹਦੇ ਸਾਹਮਣੇ ਸੱਚਾ ਹੀ ਹੈ। ਕਹਿੰਦੇ ਇਹਦੇ ਸੱਚੇ ਦਾ ਬਣਾਇਆ ਤਾਂ ਸੱਚਾ ਦਿਸ ਰਿਹਾ ਹੈ। ਇਹ ਜ਼ਰੂਰੀ ਤੇ ਨਹੀਂ ਹੈ ਕਿ ਜੋ ਸੱਚਾ ਭਾਵ ਜੋ ਦਿਖਦਾ ਤਾਂ ਉਹ ਸੱਚਾ ਹੀ ਹੁੰਦਾ ਹੈ, ਜੋ ਦਿਖਦਾ ਉਹ ਝੂਠਾ ਵੀ ਹੁੰਦਾ ਹੈ। ਉਹ ਕਿਵੇਂ ਹੁੰਦਾ? ਪ੍ਰਮਾਣ ਦੇ ਰਹੇ ਹੈ, ਜਿਵੇਂ ਬਾਜੀਗਰ ਬੜੇ ਰੂਪ ਧਾਰ ਲੈਂਦਾ ਪਰ ਅਸਲ ਵਿੱਚ ਉਹ ਹੁੰਦਾ ਨਹੀਂ ਤੇ ਮਾਇਆ ਦੀ ਕਨਾਦ ਸਾਜਦਾ। ਇਸੇ ਤਰ੍ਹਾਂ ਪਰਮੇਸ਼ਰ ਨੇ ਬਾਜੀ ਪਾਉਣ ਵਾਸਤੇ ਬਾਜੀਗਰ ਨੇ ਬਾਜੀ ਸਾਜੀ ਹੋਈ ਹੈ। ਮਾਇਆ ਰੂਪੀ ਜਿਹੜਾ ਕਨਾਦ ਇੱਕ ਪਰਦਾ ਅੱਗੇ ਲਾਇਆ ਹੋਇਆ ਸਾਜਿਆ ਹੈ। ਪਾਜੀ ਕੋ ਪਾਜੀ ਲਖ ਤਾਸੋ ਬਿਰ ਮਾਇਓ ਹੈ। ਤੇ ਕਿਵੇਂ ਉਹ ਮਾਇਆ ਦਾ ਪਰਦਾ ਪਰਮੇਸ਼ਰ ਨੇ ਕੀਤਾ ਹੈ ਤੇ ਪਾਜੀ ਕਹੀਏ ਜਿਹੜਾ ਨਕਲੀ ਹੈ, ਤੇ ਅਸੀਂ ਨਕਲੀ ਨੂੰ ਵੇਖ ਕੇ ਅਪਾਜੀ ਕਹੀਏ ਅਸਲੀ ਜਾਣ ਕੇ ਤੇ ਕਿਵੇਂ ਭਰਮਦੇ ਆ। ਕਈ ਵਿਚਾਰੇ ਸਾਡੇ ਵਰਗੇ ਜਿਹੜੇ ਟੀਵੀ ਵੇਖਦੇ ਆ, ਹੁੰਦਾ ਤੇ ਇੱਕ ਨਾਟਕ ਉਹ, ਤੇ ਕਈ ਤੇ ਵੇਖ ਵੇਖ ਅਥਰੂ ਸੁੱਟੀ ਜਾਣਗੇ, ਆਹ ਮਾਰਦੇ ਨੂੰ ਉਹ ਵਿਚਾਰਾ ਹੁਣ ਨਹੀਂ ਉਹਨੇ ਬਚਣਾ। ਕਈ ਵੇਖ ਵੇਖ ਰੋਈ ਜਾਣਗੇ ਟੀਵੀ ਨੂੰ। ਭਾਵ ਪਾਜੀ ਹੈ ਤੇ ਉਹ ਝੂਠਾ ਨਕਲੀ ਨਾਟਕ, ਪਰ ਅਪਾਜੀ ਅਸਲੀ ਜਾਣ ਕੇ ਲੋਕ ਭਰਮ ਜਾਂਦੇ ਤੇ ਅੱਖਰਾਂ ਤੋਂ ਆਪਣੀਆਂ ਅੱਖਾਂ 'ਚ ਅਥਰੂ ਘੇਰਦੇ ਆ। ਇਸੇ ਤਰ੍ਹਾਂ ਹੀ ਹੇ ਜੀਵ ਤੂੰ ਪਾਜੀ ਕਹੀਏ ਨਕਲੀ ਨੂੰ ਅਸਲੀ ਜਾਣ ਕੇ ਕਿਵੇਂ ਤੂੰ ਭਰਮਿਆ ਹੋਇਆ ਹੈ। ਸੁਪਨੇ ਪਦਾਰਥ ਸਵਾਰਥ ਮੈਂ ਰਚਿਓ ਸੰਚੈ। ਜਿਵੇਂ ਕਿਸੇ ਬੰਦੇ ਨੂੰ ਮਨੁੱਖ ਨੂੰ ਸੁਪਨਾ ਆ ਰਿਹਾ ਹੋਵੇ ਤੇ ਸੁਪਨੇ ਦੇ ਵਿੱਚ ਉਹ ਬੜੇ ਪਦਾਰਥ ਆਪਣਾ ਸਵਾਰਥ ਕਰਕੇ ਭਾਵ ਮਤਲਬ ਕਰਕੇ ਤੇ ਉਹ ਚੀਜ਼ਾਂ ਨੂੰ ਰਚੀ ਜਾਵੇ, ਬਣਾਏ ਜਾਵੇ, ਬਣਾ ਕੇ ਇਕੱਠਾ ਕਰੀ ਜਾਵੇ। ਸੰਚ ਸੰਚ ਜਾਗਤੇ ਬਹੁਰ ਪਛਤਾਇਓ ਹੈ। ਇਕੱਠਾ ਕਰ ਕਰਕੇ ਤੇ ਕਰੀ ਜਾਵੇ ਇਕੱਠਾ। ਮਤਲਬ ਹੁਣ ਸੁਪਨਾ ਆ ਰਿਹਾ ਹੈ ਤੇ ਸੁਪਨੇ ਵਿੱਚ ਵੇਖੋ ਕਿਸੇ ਵੇਲੇ ਆਪਾਂ ਰਾਜੇ ਬਣੇ ਹੁੰਦੇ ਆ, ਬੜਾ ਮਾਣ ਸਤਿਕਾਰ ਹੋਣ ਡਿਆ ਹੁੰਦਾ, ਤੇ ਮਾਨੋ ਕਿ ਜਿਵੇਂ ਸੁਪਨੇ ਦਾ ਪਦਾਰਥ ਸੁਪਨਾ ਆ ਰਿਹਾ ਹੋਵੇ ਬੰਦੇ ਨੂੰ, ਉਹ ਸੁਪਨੇ ਵਿੱਚ ਬੜੀਆਂ ਉਹਦਾ ਸਤਿਕਾਰ ਹੋ ਰਿਹਾ ਹੋਵੇ, ਬੜੇ ਪਦਾਰਥ ਇਕੱਠੇ ਕਰ ਕਰਕੇ ਰੱਖੀ ਜਾਵੇ ਤੇ ਜਾਗੇ ਤੇ ਬਹੁਤ ਪਛਤਾਇਓ ਹੈ। ਪਹਿਲਾਂ ਸੁਪਨੇ ਵਿੱਚ ਤੇ ਬਣਿਆ ਸੀ ਰਾਜਾ, ਜਦੋਂ ਕਿਸੇ ਘਰ ਵਾਲੇ ਨੇ ਠਾ ਦਿੱਤਾ ਵੀ ਉੱਠ, ਜਦੋਂ ਜਾਗਿਆ ਤੇ ਨਾ ਉਹ ਰਾਜਾ ਨਾ ਉਹ ਭਿਖਾਰੀ, ਉਹ ਉਹੀ ਜੋ ਹੈਗਾ ਹੈ। ਤੇ ਜਾਗੇ ਤੇ ਫਿਰ ਪਛਤਾਉਂਦਾ, ਉਹ ਕਿੰਨਾ ਵਧੀਆ ਸੁਪਨਾ ਆ ਰਿਹਾ ਸੀ ਜਾਂ ਕਿੰਨਾ ਕੁਝ ਮੈਂ ਇਕੱਠਾ ਕੀਤਾ ਸੀ, ਉਹ ਕਿੱਥੇ ਗਿਆ? ਸਭ ਨਾਸ, ਜਾਗਣ ਤੇ ਸਭ ਨਾਸ। ਇਸੇ ਤਰ੍ਹਾਂ ਹੈ ਮੇਰੇ ਮਨ, ਇਹ ਜਿਹੜਾ ਸੰਸਾਰ ਹੈ ਇਹ ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨਾ ਆਉਂਦਾ ਤੇ ਉਹਦੇ ਵਿੱਚ ਪਦਾਰਥ ਬੜੇ ਬਣਾ ਲਈਦੇ ਹੈ ਸਵਾਰਥ ਕਰਕੇ, ਇਵੇਂ ਸੁਪਨੇ ਸਮਝ ਲਾ ਇਹ ਸੰਸਾਰ ਸੁਪਨਾ ਹੈ, ਇਹਦੇ ਵਿੱਚ ਤੂੰ ਪਦਾਰਥ ਇਕੱਠੇ ਕਰ ਰਿਹਾ ਹੈ, ਇਕੱਠੇ ਕਰ ਕਰਕੇ ਰੱਖੀ ਜਾ ਰਿਹਾ ਹੈ। ਆ ਵੀ ਬਣ ਜੇ, ਆ ਵੀ ਬਣ ਜੇ, ਪਰ ਜਦੋਂ ਗਿਆਨ ਕਰਕੇ ਜਾਗ ਜਾਂਦਾ ਹੈ ਫਿਰ ਪਛਤਾਉਂਦਾ ਹੈ ਕਿ ਇਹਦੇ ਮੇਰਾ ਸਮਾਂ ਵਿਅਰਥ ਹੀ ਚਲਾ ਗਿਆ, ਇੰਨਾ ਸਮਾਂ ਨਾਮ ਨਹੀਂ ਜਪਿਆ। ਸੁਪਨੇ ਜੋ ਸੰਸਾਰ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਆ ਵੀ ਜਿਵੇਂ ਸੁਪਨਾ ਐਵੇਂ ਸੰਸਾਰ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਇਹ ਮਹਾਰਾਜ ਨੇ ਐਵੇਂ ਨਹੀਂ ਕਿਹਾ। ਤੇ ਇਵੇਂ ਸੁਪਨੇ ਵਿੱਚ ਪਦਾਰਥ ਇਕੱਠੇ ਕਰੀ ਜਾਂਦਾ ਹੈ ਬੰਦਾ, ਜਾਗਾਂ ਤੇ ਫਿਰ ਉਹ ਬੜਾ ਪਛਤਾਉਂਦਾ ਹੈ।
ਸੁਖਤਾ ਰਜਤ ਮ੍ਰਿਗ ਤ੍ਰਿਸ਼ਨਾ ਮੈਂ ਨੀਰ ਜੈਸੇ। ਫੇਰ ਮਨ ਨਹੀਂ ਮੰਨਦਾ ਹੈ। ਮਨ ਕਹਿੰਦਾ ਨਹੀਂ, ਜੋ ਦਿਖਦਾ ਹੈ ਉਹ ਸੱਚ ਹੀ ਹੁੰਦਾ ਹੈ। ਵੇਖੋ ਮੈਨੂੰ ਦਿਖ ਰਿਹਾ ਹੈ, ਲੋਕ ਤੁਰੇ ਫਿਰ ਰਹੇ ਹੈ, ਕੋਠੀਆਂ ਬਣੀਆਂ ਹੈ, ਗੱਡੀਆਂ ਲੰਘਦੀਆਂ ਹੈ, ਇਹ ਝੂਠ ਥੋੜ੍ਹੀ ਹੈ, ਇਹ ਸੱਚ ਹੈ। ਤੇ ਪਰ ਗਿਆਨ ਨਹੀਂ ਹੈ, ਉਹਦੇ ਵੱਲ ਤੇ ਜਾਂਦਾ ਨਹੀਂ ਹੈ ਵੀ ਅੰਤਰਾਤਮੇ ਗਿਆਨ ਨਹੀਂ ਹੈ ਤੇ ਤਾਂ ਹੀ ਤੇ ਦਿਸ ਰਿਹਾ ਸਭ ਕੁਝ। ਅਗਿਆਨ ਕਰਕੇ, ਗਿਆਨ ਦੇ ਪਰਦੇ ਕਰਕੇ ਗਿਆਨ ਹੋ ਗਿਆ ਤੇ ਫੇਰ ਹੀ ਤੇ ਦਿਸੇ ਨਾ ਨਾਸ। ਹੁਣ ਦੱਸ ਰਹੇ ਪ੍ਰਮਾਣ ਦੇ ਕੇ ਵਿਦਾਂਤ ਮਤ ਮੁਤਾਬਕ ਕਿ ਜਿਵੇਂ ਮਨਾ ਤੂੰ ਵੇਖ, ਸਮੁੰਦਰ ਦੇ ਕਿਨਾਰੇ ਦੇ ਰੇਤਾ ਦੇ ਵਿੱਚ ਸਿੱਪੀ ਪਈ ਹੁੰਦੀ ਹੈ। ਉਹ ਸੂਰਜ ਦੀ ਧੁੱਪ ਨਾਲ ਐਵੇਂ ਚਮਕਦੀ, ਦੂਰੋਂ ਲੱਗਦਾ ਹੈ ਕਿ ਇਹ ਚਾਂਦੀ ਹੈ, ਪਰ ਉਹ ਚਾਂਦੀ ਤੇ ਨਹੀਂ ਹੁੰਦੀ। ਨਾ ਤੇ ਉਹ ਚਾਂਦੀ ਪਹਿਲਾਂ ਸੀ ਜਦੋਂ ਅਸੀਂ ਵੇਖਿਆ ਨਹੀਂ ਸੀ, ਉਦੋਂ ਵੀ ਉਹ ਸਿੱਪੀ ਸੀ। ਜਦੋਂ ਭਰਮ ਪੈ ਗਿਆ ਧੁੱਪ ਕਰਕੇ ਵੀ ਇਹ ਤੇ ਚਾਂਦੀ ਹੈ, ਉਦੋਂ ਵੀ ਉਹ ਚਾਂਦੀ ਨਹੀਂ ਸੀ, ਉਦੋਂ ਵੀ ਸਿੱਪੀ ਸੀ। ਤੇ ਜਦੋਂ ਗਿਆਨ ਹੋ ਗਿਆ ਵੀ ਇਹ ਸਿੱਪੀ ਹੈ, ਉਦੋਂ ਤੇ ਚਾਂਦੀ ਹੈ ਹੀ ਨਹੀਂ। ਇਵੇਂ ਹੇ ਮੇਰੇ ਮਨ, ਜਿਵੇਂ ਉਹ ਸਿੱਪੀ ਦੇ ਵਿੱਚ ਚਾਂਦੀ ਦਿਸਦੀ ਹੈ। ਰਜੂ ਮੈਂ ਸਰਪ ਆਦ ਅੰਤ ਹੂੰ ਨਾ ਪਾਇਓ ਹੈ। ਮ੍ਰਿਗ ਤ੍ਰਿਸ਼ਨਾ ਮੈਂ ਨੀਰ ਜੈਸੇ, ਜਿਵੇਂ ਉਹ ਹਿਰਨ ਨੂੰ ਤ੍ਰਿਸ਼ਨਾ ਕਰਕੇ ਉਹ ਰੇਤਾ ਵਿੱਚ ਮਾਰੂ ਥਲ 'ਚ ਪਾਣੀ ਦਿਸਦਾ ਹੈ। ਰੇਤਲਾ ਏਰੀਆ ਹੋਵੇ ਜਿਵੇਂ ਰੇਗਿਸਤਾਨ, ਤੇ ਉਹ ਦੂਰ ਵੇਖੀਏ ਤੇ ਉਹ ਧੁੱਪ ਨਾਲ ਐਵੇਂ ਲੱਗਦਾ ਹੈ ਜਿਵੇਂ ਉੱਥੇ ਪਾਣੀ ਹੋਣਾ ਹੈ। ਤੇ ਹਿਰਨ ਵਿਚਾਰਾ ਭੱਜਾ ਜਾਂਦਾ ਵੀ ਮੈਂ ਪਾਣੀ ਪੀਵਾਂ। ਜਦੋਂ ਉੱਥੇ ਜਾਂਦਾ ਉਦੋਂ ਉੱਥੇ ਕੱਖ ਨਹੀਂ ਹੁੰਦਾ, ਕਿਉਂਕਿ ਉਹ ਗਰਮੀ ਕਰਕੇ ਲੱਗ ਰਿਹਾ ਹੈ। ਆਪਣੇ ਵੀ ਇੱਥੇ ਜਦੋਂ ਆ ਗਰਮੀਆਂ ਵਿੱਚ ਸੜਕ ਦੇ ਦੂਰ ਨੂੰ ਵੇਖੋ ਤੇ ਐਂ ਲੱਗੇਗਾ ਜਿਵੇਂ ਅਗਲੇ ਬੰਨੇ ਪਾਣੀ ਪਿਆ ਹੋਇਆ ਹੈ, ਪਰ ਪਾਣੀ ਤਾਂ ਹੁੰਦਾ ਨਹੀਂ, ਉਹ ਦਿਸ ਰਿਹਾ ਪਰ ਹੈ ਨਹੀਂ। ਇਸੇ ਤਰ੍ਹਾਂ ਹੀ ਮੇਰੇ ਮਨ, ਜਿਵੇਂ ਮ੍ਰਿਗ ਤ੍ਰਿਸ਼ਨਾ ਮੈਂ ਨੀਰ ਜੈਸੇ, ਜਿਵੇਂ ਉਹ ਮ੍ਰਿਗ ਤ੍ਰਿਸ਼ਨਾ, ਹਿਰਨ ਨੂੰ ਤ੍ਰਿਸ਼ਨਾ ਲੱਗਦੀ ਹੈ ਪਾਣੀ ਦੀ, ਤੇ ਉਹ ਮਾਰੂ ਥਲ ਵਿੱਚ ਜਿਸ ਤਰ੍ਹਾਂ ਪਾਣੀ ਦੇਖ ਲੈਂਦਾ ਹੈ ਪਰ ਹੁੰਦਾ ਨਹੀਂ। ਰਜੂ ਮੈਂ ਸਰਪ ਆਦ ਅੰਤ ਹੂੰ ਨਾ ਪਾਇਓ ਹੈ। ਜਿਵੇਂ ਰੱਸੀ ਦੇ ਵਿੱਚ ਸੱਪ ਨਾ ਆਦ ਵਿੱਚ ਨਾ ਅੰਤ ਵਿੱਚ ਹੀ ਪਾਇਆ ਜਾਂਦਾ ਹੈ। ਇੱਕ ਟੇਢੀ ਮੇਢੀ ਰੱਸੀ ਪਈ ਹੈ, ਤੇ ਉਹ ਰੱਸੀ ਪਈ ਹੈ ਅੰਧਕਾਰ ਹਨੇਰੇ 'ਚ, ਮੰਦ ਹਨੇਰੇ 'ਚ। ਕਿਉਂਕਿ ਜੇ ਹੁਣ ਹਨੇਰਾ ਬਹੁਤਾ ਹੋਵੇ, ਰੱਸੀ ਪਈ ਹੋਵੇ, ਤੇ ਸਾਨੂੰ ਤਾਂ ਵੀ ਭੁਲੇਖਾ ਨਹੀਂ ਪੈ ਸਕਦਾ। ਜੇ ਚਾਨਣ ਹੋਵੇ ਤੇ ਫੇਰ ਵੀ ਨਹੀਂ ਭੁਲੇਖਾ ਪੈ ਸਕਦਾ। ਇਸੇ ਕਰਕੇ ਮੰਦ ਅੰਧਕਾਰ, ਉਹ ਕਿਹੜਾ ਆ ਸੰਧਿਆ ਦੇ ਸਮੇਂ, ਰਹਿ ਰਾਸ ਦੇ ਸਮੇਂ, ਜਦੋਂ ਥੋੜ੍ਹਾ ਜਿਹਾ ਦਿਨ ਥੋੜ੍ਹੀ ਜਿਹੀ ਰਾਤ ਹੁੰਦੀ, ਉਦੋਂ ਬੰਦੇ ਨੂੰ ਅੱਖਾਂ ਨਾਲ ਦਿਸ ਪੈਂਦਾ ਹੈ ਮਾਨੋ ਜਿਵੇਂ ਆ ਰੱਸੀ ਪਈ ਹੈ ਟੇਢੀ ਮੇਢੀ। ਤੇ ਬੰਦੇ ਨੇ ਦੂਰੋਂ ਵੇਖਿਆ, ਜੇ ਪੂਰਾ ਗਿਆਨ ਨਹੀਂ ਹੋਇਆ ਰੱਸੀ ਦਾ, ਤੇ ਬੰਦੇ ਨੇ ਰੌਲਾ ਪਾ ਦਿੱਤਾ ਸੱਪ ਸੱਪ ਸੱਪ, ਪਰ ਉਹ ਪਹਿਲਾਂ ਸੱਪ ਤੇ ਨਹੀਂ ਸੀ। ਜਦੋਂ ਰੱਸੀ ਪਈ ਪਹਿਲਾਂ ਆਪਾਂ ਵੇਖਿਆ ਨਹੀਂ, ਉਹ ਤੇ ਪਹਿਲਾਂ ਵੀ ਸੱਪ ਨਹੀਂ ਸੀ, ਪਹਿਲਾਂ ਵੀ ਰੱਸੀ ਹੀ ਸੀ। ਤੇ ਜਦੋਂ ਉਹ ਮੰਦ ਅੰਧਕਾਰ ਭਾਵ ਥੋੜ੍ਹੇ ਹਨੇਰੇ ਥੋੜ੍ਹੇ ਚਾਨਣ ਕਰਕੇ ਭਰਮ ਪੈ ਗਿਆ ਵੀ ਇਹ ਤੇ ਸੱਪ ਹੈ, ਤੇ ਉਦੋਂ ਵੀ ਉਹ ਸੱਪ ਨਹੀਂ ਸੀ, ਉਦੋਂ ਵੀ ਰੱਸੀ ਸੀ। ਫਿਰ ਜਦੋਂ ਗਿਆਨ ਹੋ ਗਿਆ, ਉਹ ਸੱਪ ਦਾ ਬਾਦ ਹੋ ਗਿਆ, ਭਾਵ ਉਦੋਂ ਤੇ ਸੱਪ ਹੈ ਹੀ ਨਹੀਂ, ਫਿਰ ਤੇ ਹੈ ਹੀ ਇਕੱਲੀ ਰੱਸੀ, ਵੀ ਇਹ ਤੇ ਰੱਸੀ ਹੈ। ਤੇ ਆਦ ਅੰਤ ਵਿੱਚ ਹੀ ਉਹ ਵੇਖ ਲਓ, ਉਹ ਰੱਸੀ ਵਿੱਚ ਜਿਹੜਾ ਸੱਪ ਦਿਖਦਾ ਹੈ ਉਹ ਕਾਹਦਾ ਦਿਖਦਾ? ਭੁਲੇਖੇ ਦਾ। ਭਰਮ ਕਰਕੇ ਹੀ ਉਤਪਤੀ ਹੈ, ਭਰਮ ਕਰਕੇ ਹੀ ਜਿਹੜਾ ਸੰਸਾਰ ਹੈ। ਜਿੰਨਾ ਚਿਰ ਭਰਮ ਹੈ ਉਨਾ ਚਿਰ ਸੰਸਾਰ ਦਿਸ ਰਿਹਾ ਹੈ। ਜਦੋਂ ਗਿਆਨ ਹੋ ਗਿਆ ਫਿਰ ਕੋਈ ਸੰਸਾਰ ਨਹੀਂ, ਫਿਰ ਕੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਉਹ ਦੇਖੋ ਜੋ ਦਿਖਦਾ ਹੈ। ਇੱਥੇ ਕਵੀ ਸਾਹਿਬ ਜੀ ਕਹਿ ਰਹੇ ਹੈ ਕਿ ਜਿਵੇਂ ਰੱਸੀ ਦੇ ਵਿੱਚ ਸੱਪ ਆਦ ਅੰਤ ਭਾਵ ਸ਼ੁਰੂ ਤੇ ਅੰਤ ਵਿੱਚ ਪਾਇਆ ਨਹੀਂ ਜਾਂਦਾ, ਭਾਵ ਸੱਪ ਨਹੀਂ ਹੁੰਦਾ, ਉਹਦੇ ਭਾਈ ਰੱਸੀ ਹੁੰਦੀ ਹੈ। ਕੂੜ ਹੈ ਰੇ ਕੂੜ ਮਨ ਮੂੜ ਲੱਗ ਨਾ ਮਰੂੜ। ਇਸ ਕਰਕੇ ਹੈ ਮੇਰੇ ਮਨ, ਜੋ ਤੂੰ ਇਹ ਦੇਖ ਰਿਹਾ ਹੈ, ਆ ਮੇਰੀ ਮਾਂ ਹੈ, ਆ ਮੇਰਾ ਭੈਣ ਹੈ, ਆ ਕੋਠੀ ਹੈ, ਆ ਸਾਡੀ ਜਾਇਦਾਦ ਹੈ, ਇਹ ਕਾਰਾਂ ਹੈ, ਇਹ ਸਭ ਕੂੜ ਹੈ, ਝੂਠ ਹੈ,
ਇਹ ਝੂਠ ਹੈ। ਤੇ ਮਨ ਮੂਰਖ ਜਿਹੜਾ ਸੁੰਦਰ ਪਰਮੇਸ਼ਰ ਦਾ ਨਾਮ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਿਹੜਾ ਪਰਮੇਸ਼ਰ ਦਾ ਨਾਮ ਹੈ ਇਸ ਨਾਮ ਵਿੱਚ ਤੂੰ ਲੱਗ ਜਾ। ਸਾਚੇ ਕੋ ਬਨਾਇਓ ਤਾਤੇ ਸੱਚ ਸੋ ਸੁਹਾਇਓ ਹੈ। ਜੇ ਤੂੰ ਕਵੇਂ ਮੈਂ ਕੀ ਕਰਾਂ, ਮੈਨੂੰ ਆ ਸੱਚਾ ਹੀ ਦਿਸ ਰਿਹਾ ਹੈ ਸੰਸਾਰ, ਤੇ ਅਸੀਂ ਤੈਨੂੰ ਕਹਿੰਦੇ ਆ ਇਹ ਸੱਚੇ ਪਰਮੇਸ਼ਰ ਨੇ ਬਣਾਇਆ ਹੋਇਆ, ਤੈਨੂੰ ਤਾਂ ਸੱਚਾ ਦਿਸ ਰਿਹਾ ਹੈ, ਉਂਝ ਹੈ ਕਾਲਪਨਿਕ। ਤੈਨੂੰ ਗਿਆਨ ਹੋ ਗਿਆ ਜਿਸ ਦਿਨ ਭਰਮ ਦਾ ਪਰਦਾ ਚੁੱਕਿਆ ਗਿਆ, ਫਿਰ ਉਸ ਵੇਲੇ ਇਹ ਤੈਨੂੰ ਸੰਸਾਰ ਨਹੀਂ ਦਿਖੇਗਾ, ਬਸ ਉਹ ਪਰਮੇਸ਼ਰ ਦਿਖੇਗਾ, ਇਹ ਲੋਕ ਨਹੀਂ ਤੈਨੂੰ ਦਿਸਣਗੇ। ਇਵੇਂ ਕਵੀ ਸਾਹਿਬ ਜੀ ਉਹ ਸਾਨੂੰ ਨਾਮ ਦੀ ਮਹਿਮਾ ਜਣਾਉਂਦੇ ਹੋਏ ਕਿ ਹੇ ਮੇਰੇ ਮਨ, ਤੂੰ ਇਵੇਂ ਜਿਹੜਾ ਝੂਠੇ ਪਿਆਰਾਂ ਮੂੰਹਾਂ 'ਚ ਪਿਆ ਹੋਇਆ ਉਹਨੂੰ ਛੱਡ, ਪਰਮੇਸ਼ਰ ਦੇ ਨਾਮ ਵਿੱਚ ਲੱਗ ਤੇ ਇਸ ਆਪਣੇ ਜੀਵਨ ਨੂੰ ਸਫਲਾ ਕਰ, ਜਿਸ ਕਰਕੇ ਤੇਰਾ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕਦਾ ਹੈ। ਅੱਗੇ ਕਵੀ ਸਾਹਿਬ ਜੀ ਜਿਵੇਂ ਹੋਰ ਨਾਮ ਦੀ ਮਹਿਮਾ ਕਰ ਰਹੇ ਹੈ, ਆਪਾਂ ਸਰਵਣ ਕਰਾਂਗੇ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ ਜੀ। ਕੂੜ ਹੈ ਰੇ ਕੂੜ ਮਨ ਮੂੜ ਲਗ ਨਾਮ ਰੂੜ ਸਾਚੇ ਕੋ ਬਨਾਇਓ ਤਾਤੇ ਸਾਚੋ ਸੋ ਸੁਹਾਇਓ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਵਿਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਉ ਦਾਸ रो ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹਿਯ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।